बहुत बंधन अनक बार, सर्व कला समरथ डोलन ते राखो प्रभु। नानक दे कर हथ कर्महीन कुड़ियार में लोभी कामी बाम। लाज रखो निज बिरद की जगत कह सिख नाम। लाज रखो निज बिरद की जगत कह सिख नाम। किछ रूप नहीं किछ जात नहीं, किछ ढंग ना मेरा। क्या मोहलै बोलै गुण बेहून, नाम जपया ना तेरा। हम पापी संग गुर उबरे, पुन सतगुर केरा। गुरु नानक सुख सिंध को हाथ जोर प्रणाम। जिस करना ते बड़ अगी पावै गत विश्राम। गुरु नानक ते याद लो दसवें गुर पर्यंत। बारंबार है बंदना साहिब श्री गुरु ग्रंथ। जिसमें अमृत ज्ञान है मानक भगत बैराग। गुरु ग्रंथ साहिब उदद बंदों करन राग। सतगुर शब्द कमाए जन जीते पंच विकार। तिन संतन को बंदना सिर चरणन पर तार। वंदना हमारी ऐसे महाराज जी को। वंदना हमारी ऐसे महाराज जी को। बोलो बिबिया भाई। वंदना हमारी ऐसे महाराज जी को। वंदना हमारी ऐसे महाराज जी को। ऐसे महाराज जी को वंदना हमारी है। ऐसे महाराज जी को वंदना हमारी
ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੈ ਹਰ ਸੇਵਾ। ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ। ਅੱਗੇ ਕਈਆਂ ਜਨਮਾਂ ਦੇ ਹਾਂ ਵਿਛੜੇ ਹੋਰ ਨਾ ਵਿਛੋੜੀ ਦਾਤਿਆ। ਕਈਆਂ ਜਨਮਾਂ ਦੇ ਹਾਂ ਵਿਛੜੇ ਹੋਰ ਨਾ ਵਿਛੋੜੀ ਦਾਤਿਆ। ਕਈਆਂ ਜਨਮਾਂ ਦੇ ਹਾਂ ਵਿਛੜੇ ਜਨਮਾਂ ਜਨਮਾਂ ਦੇ ਵਿਛੜੇ ਹੋਰ ਨਾ ਵਿਛੋੜੀ ਦਾਤਿਆ। ਕਈਆਂ ਜਨਮਾਂ ਦੇ ਹਾਂ ਵਿਛੜੇ ਹੋਰ ਨਾ ਵਿਛੋੜੀ ਦਾਤਿਆ। ਬੋਲੋ ਸਾਰੇ ਗੱਜ ਕੇ ਭਾਈ। ਹੁਣ ਹੋਰ ਨਾ ਵਿਛੋੜੀ ਦਾਤਿਆ। ਹੁਣ ਹੋਰ ਨਾ ਵਿਛੋੜੀ ਦਾਤਿਆ। ਵਿਛੋੜੀ ਦਾਤਿਆ ਹੋਰ ਨਾ ਵਿਛੋੜੀ ਦਾਤਿਆ। ਵਿਛੋੜੀ ਦਾਤਿਆ ਹੋਰ ਨਾ ਵਿਛੋੜੀ ਦਾਤਿਆ।
ਵਿਛੋੜੀ ਦਾਤ ਆਗੇ, ਕਈਆਂ ਜਨਮਾਂ ਦੇ ਹਾਂ ਵਿਛੜੇ, ਹੋਰ ਨਾ ਵਿਛੋੜੀ ਦਾਤ ਆ। कई जन्म पै कीट पतंगा, कई जन्म गा जमीन कुरंग, कई जन्म पांखी सर्प हो, है वर वृक्ष जोयो। मिल जगदीश मिलन की बरिया, चरंकाले दे संजरिया। जो पावे त्यों राख ले, प्रभ आए हम फूल बिगाड़े दिन सिरा। हम फूल बिगाड़े दिन रात, हर लाज रखाए हम बारक तू गुर पिता है। पिता है दे मत समझाए, जन नानक दास हर कांटिया। साध संगत जियो, आप जितने भी गुरमुख प्यारे माई भाई बच्चे बुजुर्ग सतगुर सच्चे पातशाह जी की पाक वारगाह दे विच बैठ करके अपने जीवन दीयां घड़ियां नूं सफल बनाउण दे वास्ते सतगुरां दी पावन पवित्र हजूरी विच आपो अपने काम धंधियां नूं छड्ड के आके विराजमान होए हो। आप जी दा कदम कदम चलिया पार ब्रह्म परमेश्वर अकाल पुरख दे दर ते मुजरे पिया है, पार ब्रह्म परमेश्वर दे चरनां विच लेखे पिया है। फिर आप जी ने आके अपना सीस गुर चरनां विच नवाया है। सीस नवाया गिर पड़त बहु पापन की पोट, तां ते सीस नवाई है लगे ना जम की चोट। सतगुरां दे चरनां विच जो शरीर निभदा है, जो सीस झुकदा है, सतगुरु महाराज कहंदे दिन विच जेड़े झूठ मूठ ठगियां ठोरियां करके पाप सिर ते चढ़े हुंदे ने,
ਜਦੋਂ ਗੁਰਚਰਨਾਂ ਵਿੱਚ ਆ ਕੇ ਇਹ ਨਮਸਕਾਰ ਕਰਦਾ ਹੈ, 9 ਪ੍ਰਕਾਰ ਦੀ ਭਗਤੀ ਵਿੱਚੋਂ ਸਭ ਤੋਂ ਪਹਿਲੀ ਭਗਤੀ ਜਿਹੜੀ ਹੈ ਉਹ ਨਮਸਕਾਰ ਭਗਤੀ ਹੀ ਹੈ। ਜਦੋਂ ਗੁਰਚਰਨਾਂ ਵਿੱਚ ਇਹ ਸੀਸ ਝੁਕਾਉਂਦਾ ਹੈ, ਸਤਿਗੁਰੂ ਮਹਾਰਾਜ ਫਿਰ ਫਰਮਾਨ ਕਰਦੇ ਨੇ ਕਿ ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰੂ ਦੇ ਚਰਨਾਂ ਵਿੱਚ ਇਹ ਆਪਣੇ ਸਾਰੇ ਪਾਪਾਂ ਨੂੰ, ਆਪਣੇ ਸਾਰੇ ਦੁੱਖਾਂ ਨੂੰ, ਆਪਣੇ ਸਾਰੇ ਕਲੇਸ਼ਾਂ ਨੂੰ, ਆਪਣੀ ਸਾਰੀ ਮਨ ਦੀ ਬਖਸ਼ੇਪਤਾ ਨੂੰ ਤਿਆਗ ਦਿੰਦਾ ਹੈ ਤੇ ਗੁਰੂ ਦੇ ਚਰਨਾਂ ਵਿੱਚੋਂ ਸੁੱਖਾਂ ਦੀ ਨਿਧੀ, ਸੁੱਖਾਂ ਦਾ ਖਜ਼ਾਨਾ, ਸਤ ਸੰਤੋਖ, ਦਇਆ, ਧਰਮ ਆਦਿਕ ਉਸ ਦੇ ਨਾਲ ਇਹ ਝੋਲੀਆਂ ਭਰ ਕੇ ਆਪਣੇ ਘਰ ਨੂੰ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਕਿ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਮਹਾਰਾਜ ਜੀ ਫਰਮਾਨ ਕਰਦੇ ਨੇ ਉਸ ਗੁਰਦੇਵ ਨੂੰ, ਉਸ ਇਸ਼ਟ ਨੂੰ, ਪਾਰ ਬ੍ਰਹਮ ਪਰਮੇਸ਼ਰ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਹਮੇਸ਼ਾ ਜੀਵ ਕਰਦਾ ਹੈ। ਜਿਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਸ ਨੂੰ ਸੱਚਾ ਨਾਮ ਦ੍ਰਿੜਾਉਣਾ ਕੀਤਾ ਹੈ। ਉਸ ਨਾਮ ਦੇ ਆਸਰੇ ਇਹ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਅਤੇ ਮੁਕਤੀ ਦਾ ਪਦਾਰਥ ਜਿਹੜਾ ਹੈ ਇਹਦੀ ਝੋਲੀ ਵਿੱਚ ਆ ਜਾਂਦਾ ਹੈ। ਇਸੇ ਕਰਕੇ ਕਲਯੁਗ ਦੇ ਘੋਰ ਭਿਆਨਕ ਸਮੇਂ ਵਿੱਚ ਸਤ ਸੰਗਤ ਦੇ ਵਿੱਚ ਆਉਣਾ ਅਤੀ ਜ਼ਰੂਰੀ ਹੈ। ਜਿੱਥੋਂ ਨਾਮ ਪਦਾਰਥ ਲੱਭਦਾ ਹੈ ਤੇ ਮੁਕਤੀ ਦੀਆਂ ਉਕਤੀਆਂ ਜੁਗਤੀਆਂ ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦੀਆਂ ਨੇ। ਪਟਿਆਲੇ ਦੀ ਸਾਰੀ ਜੋ ਇੱਥੋਂ ਦੀ ਸੰਗਤ ਹੈ, ਉਹਨਾਂ ਦੇ ਉਪਰਾਲੇ ਦਾ ਸਦਕਾ, ਗੁਰਮੁਖ ਪਿਆਰਿਆਂ ਦੇ ਉਪਰਾਲੇ ਦਾ ਸਦਕਾ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੀ ਯਾਦ ਨੂੰ ਇਹ ਸਾਰਾ ਪ੍ਰੋਗਰਾਮ ਸਮਰਪਿਤ ਹੈ। ਉਦਮ ਕੀਤਾ ਹੈ ਪ੍ਰੇਮੀਆਂ ਨੇ, ਪੁਰਸ਼ਾਰਥ ਕੀਤਾ ਹੈ ਪ੍ਰੇਮੀਆਂ ਨੇ, ਮਹਾਂਪੁਰਖਾਂ ਦੀ ਪਾਵਨ ਪਵਿੱਤਰ ਯਾਦ ਮਨਾਉਣ ਦਾ ਇਹ ਉਪਰਾਲਾ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਉਦਮ ਬਖਸ਼ਿਸ਼ ਕੀਤਾ ਹੈ, ਸਤ ਸੰਗਤ ਦਾ ਢੋ ਮੇਲਾ ਬਣਿਆ ਹੈ। ਮਹਾਂਪੁਰਖਾਂ ਦੀ ਯਾਦ ਵਿੱਚ ਆਪ ਜੀ ਨੇ ਕਾਫੀ ਸਮੇਂ ਤੋਂ ਲੈ ਕੇ ਰੱਬੀ ਬਾਣੀ ਦੇ, ਅਕਾਲੀ ਬਾਣੀ, ਧੁਰਕੀ ਬਾਣੀ, ਪਾਪ ਨਾਸ਼ਕ ਅਤੇ ਸ਼ਾਂਤਦਾਇਕ ਬਾਣੀ ਦੇ ਜਿੱਥੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਨਾਲ ਦੀ ਨਾਲ ਉਹਨਾਂ ਦੇ ਜੀਵਨ ਬਾਰੇ ਆਪ ਜੀ ਨੇ ਜੋ ਕਵਿਤਾ ਸਰਵਣ ਕੀਤੀ, ਉਸ ਦੇ ਵਿੱਚ ਉਹਨਾਂ ਦੀ ਵਡਿਆਈ, ਨਾਮ ਜਪਣ ਵਾਲਿਆਂ ਦੀ ਮਹਿਮਾ, ਉਹਨਾਂ ਦੇ ਪਰਉਪਕਾਰਾਂ ਬਾਰੇ ਵੀ ਆਪ ਜੀ ਨੇ ਸਰਵਣ ਕਰਨਾ ਕੀਤਾ ਹੈ। ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਆਲੋਵਾਲ ਦੀ ਪਾਵਨ ਧਰਤੀ ਦੇ ਉੱਤੇ ਆ ਕੇ ਸੰਸਾਰ ਦਾ ਭਲਾ ਕਰਨਾ ਕੀਤਾ। ਹਜ਼ਾरों बरस नरगिस अपनी बेनूरी पे रोती है, बड़ी मुश्किल से होता है चमन में दीदावर पैदा। ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਦੇ ਆਉਣ ਦੇ ਨਾਲ ਸੰਸਾਰ ਦਾ ਭਲਾ ਹੁੰਦਾ ਹੈ। ਸੰਸਾਰ ਦੇ ਟੁੱਟੇ ਹੋਏ ਜੀਵ ਪਾਰ ਬ੍ਰਹਮ ਪਰਮੇਸ਼ਰ ਨਾਲੋਂ ਜਿਹੜੇ ਟੁੱਟ ਚੁੱਕੇ ਨੇ, ਉਹਨਾਂ ਦਾ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜਨ ਹੁੰਦਾ ਹੈ। ਕਿਉਂਕਿ ਕੇਵਲ ਤੇ ਕੇਵਲ ਇੱਕ ਮਹਾਂਪੁਰਸ਼ ਹੀ ਰੱਬ ਦਾ ਪਿਆਰਾ ਹੈ, ਜੋ ਟੁੱਟੀਆਂ ਹੋਈਆਂ ਰੂਹਾਂ ਨੂੰ ਰੱਬ ਦੇ ਨਾਲ ਦੁਬਾਰਾ ਜੋੜ ਸਕਦਾ ਹੈ, ਰੱਬ ਦੇ ਨਾਲ ਦੁਬਾਰਾ ਮਿਲਾ ਸਕਦਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਉਹ ਸੱਚਾ ਸਤਿਗੁਰੂ ਜਿਸ ਦਾ ਰੂਪ ਪੂਰਨ ਮਹਾਂਪੁਰਸ਼ ਰੱਬ ਦੇ ਪਿਆਰੇ ਹੋ ਜਾਂਦੇ ਨੇ, ਕਿਉਂਕਿ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਕਿ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ, ਜਿਨ੍ਹਾਂ ਨੇ ਰਹਿਤਾਂ ਨੂੰ ਧਾਰਨ ਕਰਕੇ, ਕੁਰੈਤਾਂ ਦਾ ਤਿਆਗ ਕਰਕੇ ਬਾਣੀ ਦਾ ਸਿਮਰਨ ਕੀਤਾ, ਬੈਖੜੀ ਬਾਣੀ ਦੁਆਰਾ, ਮਧਮਾ ਬਾਣੀ ਦੁਆਰਾ, ਪਸੰਤੀ ਬਾਣੀ ਦੁਆਰਾ, ਪ੍ਰਭ ਬਾਣੀ ਦੁਆਰਾ, ਜਿਨ੍ਹਾਂ ਨੇ ਅਕਾਲ ਪੁਰਖ ਦਾ ਟਿਕ ਕੇ ਇੱਕ ਰਸ ਸਿਮਰਨ ਕਰਨਾ ਕੀਤਾ,
ਜਿਨ੍ਹਾਂ ਨੇ ਸੁਰਤ ਨੂੰ ਟਿਕਾਇਆ, ਜਿਨ੍ਹਾਂ ਨੇ ਮਨ ਦਾ ਨਿਰਤ ਬੰਦ ਕੀਤਾ। ਸੁਰਤ ਥਿਰ ਨਿਰਤ ਥਿਰ, ਤਨ ਥਿਰ ਮਨ ਥਿਰ। ਤਨ ਨੂੰ ਥਿਰ ਕਰਕੇ ਜਦੋਂ ਮਨ ਨੂੰ ਟਿਕਾਉਣ ਦਾ ਯਤਨ ਕੀਤਾ ਜਾਂਦਾ ਹੈ, ਉਸ ਵਕਤ ਜਿਹੜੀ ਇਹਦੀ ਸੁਰਤ ਹੈ ਜੋ ਭੱਜੀ ਫਿਰਦੀ ਹੈ, ਕਬਹੂ ਜੀੜਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਜਿਹੜਾ ਮਨ ਬਾਹਰ ਦੌੜਦਾ ਫਿਰਦਾ ਹੈ, ਬਾਹਰ ਭੱਜਿਆ ਫਿਰਦਾ ਹੈ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਜਦੋਂ ਤਨ ਨੂੰ ਥਿਰ ਕਰਕੇ ਮਨ ਨੂੰ ਟਿਕਾਉਣ ਦਾ ਯਤਨ ਕੀਤਾ ਜਾਂਦਾ ਹੈ, ਫਿਰ ਸੁਰਤ ਜਿਹੜੀ ਹੈ ਦੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜਦੀ ਹੈ, ਬਾਣੀ ਦੀ ਸਰੋਤ ਦੇ ਨਾਲ ਜੁੜਦੀ ਹੈ। ਫਿਰ ਇਹਦਾ ਜਿਹੜਾ ਨਿਰਤ ਹੈ, ਜਿਹੜਾ ਮਨ ਬਾਰੰਬਾਰ ਇਹਨੂੰ ਨਚਾਉਂਦਾ ਫਿਰਦਾ, ਟਪਾਉਂਦਾ ਫਿਰਦਾ, ਕਲੰਦਰ ਵਾਂਗੂ ਬਾਂਦਰ ਵਾਂਗੂ, ਉਹ ਮਨ ਜਿਹੜਾ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੀ ਜੋ ਧੁਨੀ ਇੱਕ ਰਸ ਇਹਦੇ ਅੰਦਰ ਹੋ ਰਹੀ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਨ ਧੁਨ ਵਿੱਚ ਲੈ ਹੋ ਕਰਕੇ ਅਮਨ ਹੋ ਜਾਂਦਾ ਹੈ, ਇਹਦੀ ਅਵਸਥਾ ਜਿਹੜੀ ਹੈ ਉਹ ਬਦਲ ਜਾਂਦੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਲਹੈ, ਤੋ ਤੀਨ ਲੋਕ ਕੀ ਬਾਤਾਂ ਕਹੈ। ਜਦੋਂ ਮਨ ਜਿਹੜਾ ਹੈ ਉਨ ਮਨ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, 9 ਦੁਆਰਿਆਂ ਨੂੰ ਛੱਡ ਕੇ 10ਵੇਂ ਦੁਆਰੇ ਵਿੱਚ ਇਹਦਾ ਟਿਕਾਅ ਹੋ ਜਾਂਦਾ ਹੈ, ਜਿੱਥੇ ਅਨਹਦ ਧੁਨੀਆਂ ਵੱਜਦੀਆਂ ਨੇ। 9 ਦਰਵਾਜੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ। ਅਨਹਦ ਵਾਜੇ ਧੁਨ ਵੱਜਦੇ, ਕਰ ਭਗਤ ਮਲੀਜੈ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਦਰਵਾਜੇ ਕੋਟ, ਜਿਹੜੇ ਪੱਥਰਾਂ ਦੇ ਦਰਵਾਜੇ ਨੇ ਉਸ ਕਿਲੇ ਦੇ, ਜਿਸ ਕਿਲੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ 10ਵੇਂ ਦੁਆਰ ਤੋਂ ਅੱਗੇ ਬੈਠਾ ਹੈ। 10ਵਾਂ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਜਿੱਥੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਆਪਣਾ ਵਾਸਾ ਕੀਤਾ ਹੋਇਆ ਹੈ, ਜਿੱਥੇ ਦਿਨ ਰਹਿਣ ਦਾ ਅਭਾਵ ਹੈ, ਦਿਨਸ ਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰਾ, ਕਹੋ ਕਬੀਰ ਨਰ ਤਿਸਹਿ ਧਿਆਵੋ, ਬਾਬਰਿਆ ਸੰਸਾਰਾ। ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਜਿੱਥੇ ਵਾਸਾ ਹੈ, ਦਿਨ ਰਾਤ ਦਾ ਜਿੱਥੇ ਅਭਾਵ ਹੈ, ਜਿੱਥੇ ਸੁਨ ਸਮਾਧ ਹੈ, ਕੋਈ ਰੌਲਾ ਗੋਲਾ ਨਹੀਂ, ਕੋਈ ਨੋਇਜ਼ ਨਹੀਂ ਹੈ, ਉੱਥੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਅਕਹਿ ਦੇਸ਼ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਖੰਡਾਂ ਵਿੱਚੋਂ ਜੋ ਪੂਰਨ ਖੰਡ ਹੈ ਉਹ ਹੈ ਸੱਚਖੰਡ, ਜਿੱਥੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਵਾਸਾ ਹੈ। ਤੇ ਉਸੇ ਜਗ੍ਹਾ ਤੇ ਹੀ ਜਾ ਕੇ ਮਹਾਂਪੁਰਖ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ, ਆਪਣੀ ਸੁਰਤ ਨੂੰ ਲਿਜਾ ਕੇ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮਹਿ ਵਾਸ ਹੈ ਭਗਤ ਪਿਆਰੇ। ਉਹ ਜਿਹੜੇ ਸੂਖਮ ਮੰਡਲ ਨੇ, ਜਿਹੜੇ ਸੂਖਮ ਮਹਿਲ ਨੇ, ਆ ਅਸਥੂਲ ਸਰੀਰ ਤੋਂ ਉੱਚਿਆਂ ਉੱਠ ਕੇ ਜਦੋਂ ਇਹ ਸਮਸ਼ਟੀ ਵਿਅਸ਼ਟੀ ਅਸਥੂਲ ਕਾਰਨ ਪ੍ਰਪੰਚ ਤੋਂ ਉੱਚਾ ਉੱਠ ਜਾਂਦਾ ਹੈ, ਸੁਰਤੇ ਦੀ ਉੱਚੀ ਉੱਠ ਜਾਂਦੀ ਹੈ, ਉਸ ਵਕਤ ਫਿਰ ਇਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਵਿੱਚ ਇੱਕ ਰਸ ਲੀਨ ਹੋ ਜਾਂਦਾ ਹੈ। ਜਿੱਥੇ ਜਾ ਕੇ ਭਗਤ ਨਾਮਦੇਵ ਜੀ ਮਹਾਰਾਜ ਵਰਗਿਆਂ ਨੇ ਉੱਚੀ ਬਾਹ ਕਰਕੇ ਇਉਂ ਕਹਿ ਦਿੱਤਾ, ਤੇ ਸੰਤ ਜੀ ਮਹਾਰਾਜ ਜੀ ਦੀ ਵੀ ਇਹੋ ਜੀ ਅਵਸਥਾ ਸੀ ਕਿ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ।
बैकट राम बोलै, रामा बोलै राम बिना को बोलै रे। एकल माटी कुंजर चींटी, भाजन है बहु नाना रे। अस्थावर जंगम कीट पतंगम, घट घट राम समाना रे। एकल चिंता राख अनंता, और तजो सब आसा रे। प्रणव नामा भै निहकामा। किन्हां नूं ये वस्तु प्राप्त हुंदी है, किन्हां नूं अवस्था प्राप्त हुंदी है? ਜਿਹੜੇ ਨਿਸ਼ਕਾਮ ਹੋ ਜਾਂਦੇ ਨੇ, ਜਿਹੜੇ ਡਿਜ਼ਾਇਰਲੈਸ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਇੱਛਾ ਨਹੀਂ। ਚਾਹ ਗਈ ਚਿੰਤਾ ਮਿੱਟੀ ਮਨੁਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨशाह। ਜਿਹਨੂੰ ਕੁਝ ਚਾਹੀਦਾ ਨਹੀਂ, ਉਹ ਆਪਣੇ ਆਪੇ ਦੇ ਵਿੱਚ ਸ਼ਹਿਨशाह ਹੈ, ਉਹ ਰੱਜਿਆ ਹੋਇਆ ਹੈ। ਜਿਵੇਂ ਸੰਤ ਮਹਾਰਾਜ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਸੇਵਾ ਦੇ ਵਿੱਚ ਪਹੁੰਚੇ, ਆਪ ਜੀ ਜਦੋਂ ਸੰਤ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ, ਆਪ ਜੀ ਦਾ ਜਾ ਕੇ ਪਾਵਨ ਪਵਿੱਤਰ ਦਰਸ਼ਨ ਕੀਤਾ, ਦੀਦਾਰ ਕੀਤਾ, ਮਨ ਗਦਗਦ ਹੋ ਗਿਆ। ਮਨ ਦੀਆਂ ਸਾਰੀਆਂ ਤਰੰਗਾਂ ਮਿਟ ਗਈਆਂ, ਇੱਕ ਰਸ ਅਵਸਥਾ ਹੋ ਗਈ। ਆਲਾ ਦੁਆਲਾ ਕੁਝ ਨਾ ਸੁਝਿਆ, ਸਰੀਰ ਤੱਕ ਵੀ ਭੁੱਲ ਗਿਆ ਕਿੱਥੇ ਖੜਾ ਹਾਂ, ਕਿਉਂਕਿ ਇਹ ਸੇਵਕ ਦੀ ਅਵਸਥਾ ਹੈ ਜਿਹੜਾ ਦਰਸ਼ਨ ਕਰਨ ਦੇ ਵਾਸਤੇ ਅਸਲ ਰੂਪ ਵਿੱਚ ਜਾਂਦਾ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਦਰਸ਼ਨ ਦੇਖਤ ਹੀ ਸੁਧ ਕੀਨਾ ਸੁਧ ਰਹੀ, ਬੁੱਧ ਕੀਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇਹ ਦਰਸ਼ਨ ਕਰਨ ਵਾਲੇ ਦੀ ਅਵਸਥਾ ਹੈ ਜਿਸ ਨੇ ਗੁਰੂ ਦੇ ਪੂਰਨ ਦਰਸ਼ਨ ਕਰਨੇ ਨੇ। ਤੇ ਜਿਨੇ ਪੂਰਨ ਗੁਰੂ ਦੇ ਦਰਸ਼ਨ ਕੀਤੇ, ਆਪਣਾ ਆਪਾ ਤਿਆਗ ਕੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਗੁਰੂ ਨੂੰ ਸਾਹਮਣੇ ਦੇਖ ਲਈਏ ਤੇ ਤਨ ਤੇ ਮਨ ਨਿਹਾਲ ਹੋ ਜਾਂਦਾ ਹੈ ਕਿ ਸਾਡਾ ਵੀ ਤਨ ਤੇ ਮਨ ਨਿਹਾਲ ਹੁੰਦਾ। ਗੁਰੂ ਦੇ ਦਰਸ਼ਨ ਤੇ ਅਸੀਂ ਵੀ ਰੋਜ਼ ਕਰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਜਥਾ ਸ਼ਕਤ ਭੇਟਾ ਵੀ ਰੱਖਦੇ ਹਾਂ, ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਮੰਗਤੇ ਬਣ ਕੇ ਮੰਗਦੇ ਹਾਂ ਕਿ ਕਦੇ ਇਹ ਅਹਿਸਾਸ ਵੀ ਹੋਇਆ ਅੰਦਰੋਂ, ਕਦੇ ਇਹ ਫੀਲ ਵੀ ਹੋਇਆ ਸਾਨੂੰ ਵੀ ਅੱਜ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਤੇ ਉਸ ਵਕਤ ਮੇਰਾ ਤਨ ਤੇ ਮਨ ਨਿਹਾਲ ਹੋ ਗਿਆ। ਤਨ ਤੇ ਮਨ ਨਿਹਾਲ ਕਿਉਂ ਨਹੀਂ ਹੁੰਦਾ? ਕਿਉਂਕਿ ਸਾਡੇ ਅੰਦਰ ਇਕਾਗਰਤਾ ਨਹੀਂ ਹੈ। ਕਨਸੈਂਟ੍ਰੇਸ਼ਨ ਆਫ ਮਾਈਂਡ ਦੁਆਰਾ ਜਦੋਂ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ ਜਾਂਦੇ ਨੇ ਤੇ ਫਿਰ ਤੇ ਇਹੋ ਜੀ ਅਵਸਥਾ ਮਨ ਦੇ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ। ਮੇਰਾ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ।
सच्चा नेहो, लाया प्रीतम अपने तन मन होए निहाल, जां गुर देखा सामने, मैं हर हर नाम विसाहो, गुर पूरे ते पाया ਅੰਮ੍ਰਿਤ ਅਗਮ ਅਥਾਹੋ। ਜਦੋਂ ਗੁਰੂ ਦੇ ਦਰਸ਼ਨ ਕੀਤੇ ਉਸ ਵਕਤ ਤਨ ਤੇ ਮਨ ਨਿਹਾਲ ਹੋ ਗਿਆ, ਖਿੜ ਗਿਆ, ਸਰਸ਼ਾਰ ਹੋ ਗਿਆ। ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਜਦੋਂ ਕੋਈ ਸਿੱਖ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਆਉਂਦਾ ਹੈ, ਆਪਣਾ ਆਪਾ ਭੁੱਲ ਜਾਵੇ, ਕੇਵਲ ਤੇ ਕੇਵਲ ਗੁਰੂ ਅੰਦਰ ਵਸਿਆ ਹੋਵੇ, ਗੁਰੂ ਅੱਖਾਂ ਵਿੱਚ ਵਸਿਆ ਹੋਵੇ ਤੇ ਗੁਰੂ ਦੇ ਸ਼ਬਦ ਦੀ ਜਿਹੜੀ ਸਰੋਤ ਹੈ ਉਹ ਕੰਨਾਂ ਦੇ ਵਿੱਚ ਪੈਂਦੀ ਹੋਵੇ, ਹੋਰ ਕੋਈ ਆਵਾਜ਼ ਨਾ ਸੁਣਦੀ ਹੋਵੇ, ਤਦ ਗੁਰੂ ਦਾ ਕੀਤਾ ਹੋਇਆ ਦਰਸ਼ਨ ਜਿਹੜਾ ਹੈ ਇਹ ਸਫਲਤਾ ਦੇ ਘਰ ਦੇ ਵਿੱਚ ਆ ਕੇ ਇਹਨੂੰ ਗੁਰੂ ਦਾ ਜਿਹੜਾ ਜ਼ਹੂਰ ਹੈ, ਗੁਰੂ ਦਾ ਜਿਹੜਾ ਨੂਰ ਹੈ, ਉਹਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਐਸਾ ਦਰਸ਼ਨ ਦਿਖਾ ਦਿੰਦਾ ਹੈ। ਹੁਣ ਸੰਤ ਜੀ ਮਹਾਰਾਜ ਨਿਸ਼ਕਾਮ ਹੋ ਕੇ ਗਏ ਸੀ ਪਾਰ ਬ੍ਰਹਮ ਪਰਮੇਸ਼ਰ ਰੂਪ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ। ਜਦੋਂ ਜਾ ਕੇ ਦਰਸ਼ਨ ਕੀਤਾ ਉਸ ਵਕਤ ਸਤੇ ਸੁੱਧਾਂ ਭੁੱਲ ਗਈਆਂ, ਸਰੀਰ ਭੁੱਲ ਗਿਆ। ਮਨ ਦੇ ਵਲਵਲਿਆਂ ਨੂੰ ਜ਼ਾਹਰ ਕਰਦੇ ਹੋਏ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਤੇਰੇ ਨੂਰੀ ਮੁਖੜੇ ਦੇ ਦਾਤਾ ਰਜ ਰਜ ਦਰਸ਼ਨ ਪਾਵਾਂ, ਨੂਰੀ ਮੁਖੜੇ ਦੇ ਰਜ ਰਜ ਦਰਸ਼ਨ ਪਾਵਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਜਿਹੜੇ ਪਿਆਰੇ ਹੁੰਦੇ ਨੇ ਉਹਨਾਂ ਦੇ ਮੁਖ ਦਾ ਨੂਰ, ਉਹਨਾਂ ਦੇ ਮੁਖ ਦਾ ਜ਼ਾਹੋ ਜਲਾਲ ਸਹਿਆ ਨਹੀਂ ਜਾਂਦਾ, ਕਿਉਂਕਿ ਨਾਮ ਦਾ ਪ੍ਰਤਾਪ, ਬਾਣੀ ਦਾ ਪ੍ਰਤਾਪ ਐਸਾ ਹੀ ਮਹਾਂਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਮੁਖ ਤੋਂ ਝਲਕਦਾ ਹੁੰਦਾ ਹੈ। ਜਦੋਂ ਜਾ ਕੇ ਦਰਸ਼ਨ ਕੀਤੇ ਸੰਤ ਜੀ ਮਹਾਰਾਜ ਦੇ, ਉਸ ਵਕਤ ਚਰਨਾਂ ਤੇ ਨਮਸਕਾਰ ਕੀਤੀ, ਨਾਮ ਦੀ ਜਾਚਨਾ ਕੀਤੀ, ਕਿਹਾ ਕਿ ਸਵੇਰੇ ਅੰਮ੍ਰਿਤ ਵੇਲੇ ਆ ਜਾਇਓ, ਨਾਮ ਦੀ ਜਾਚਨਾ ਜੋ ਤੁਸੀਂ ਕੀਤੀ ਹੈ ਉਹ ਤੁਹਾਡੀ ਪੂਰੀ ਕੀਤੀ ਜਾਵੇਗੀ। ਅੰਮ੍ਰਿਤ ਵੇਲਾ ਹੋਇਆ, ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ। 2 ਵਜੇ ਆਪ ਜੀ ਉਪਦੇਸ਼ ਦਿਆ ਕਰਦੇ ਸਨ। ਅੰਮ੍ਰਿਤ ਵੇਲੇ ਆਪ ਜੀ ਨੇ ਇਸ਼ਨਾਨ ਪਾਨ ਕੀਤਾ ਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਆਪ ਜੀ ਨੇ ਬੇਅੰਤ ਸੇਵਾ ਕੀਤੀ, ਉਪਦੇਸ਼ ਲਿਆ। ਔਰ ਜਦੋਂ ਆਪ ਜੀ ਮਹਾਂਪੁਰਖਾਂ ਦੀ ਸੇਵਾ ਕਰਦੇ ਸਨ, ਆਪ ਜੀ ਦਾ ਸਰੀਰ ਵੀ ਕਹਿੰਦੇ ਬਹੁਤ ਕਮਜ਼ੋਰ ਹੋ ਗਿਆ। ਕਈਆਂ ਨੇ ਆ ਕੇ ਕਹਿਣਾ ਕਿ ਈਸ਼ਰ ਸਿਆ ਤੂੰ ਇਤਨੇ ਵੱਡੇ ਘਰ ਦਾ ਲੜਕਾ ਹੈ, ਕਿਉਂਕਿ ਪਹਿਲੇ ਤੇ ਆਪ ਜੀ ਦਾ ਨਾਮ ਗੁਲਾਬ ਸਿੰਘ ਸੀ। ਅੰਮ੍ਰਿਤ ਛਕਾਉਣ ਤੋਂ ਬਾਅਦ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਆਪ ਜੀ ਦਾ ਨਾਮ ਈਸ਼ਰ ਸਿੰਘ ਰੱਖਿਆ ਸੀ। ਸੋ ਜਦੋਂ ਲੋਕਾਂ ਨੇ ਕਹਿਣਾ ਕਿ ਤੂੰ ਇਤਨੇ ਘਰ ਦਾ ਵੱਡਾ ਲੜਕਾ ਹੈ, ਕਿਉਂ ਇੱਥੇ ਸਾਧਾਂ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਨੂੰ ਰੋੜ ਰਿਹਾ ਹੈ, ਜਾ ਕੇ ਘਰ ਵਿੱਚ ਰਹਿ, ਨੌਕਰੀ ਕਰ, ਪਰਿਵਾਰ ਨੂੰ ਸੁੱਖ ਦੇ। ਸੰਤ ਮਹਾਰਾਜ ਜੀ ਨੇ ਕਹਿਣਾ ਕਿ ਭਾਈ ਅਸੀਂ ਤੇ ਆਪਣਾ ਆਪਾ ਹੁਣ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਹੈ, ਇਸ ਕਰਕੇ ਅਸੀਂ ਤੇ ਹੁਣ ਆਪਣੀ ਜਿਹੜੀ ਜਾਨ ਹੈ ਇੱਥੇ ਹੀ ਲਾ ਦੇਣੀ ਹੈ। ਭਾਵੇਂ ਸਰੀਰ ਰੁਲੇ, ਭਾਵੇਂ ਸਰੀਰ ਦਾ ਪਿੰਜਰ ਬਣ ਜਾਵੇ, ਲੇਕਿਨ ਮਹਾਂਪੁਰਖਾਂ ਦੇ ਚਰਨ ਹੁਣ ਅਸੀਂ ਨਹੀਂ ਛੱਡਣੇ। ਬਾਤਾਂ ਤੇ ਬੜੀਆਂ ਲੰਮੀਆਂ ਨੇ, ਇਤਿਹਾਸ ਤੇ ਬੜਾ ਲੰਮਾ ਹੈ। ਆਪਾਂ ਤੇ ਕੇਵਲ ਟੂਕ ਮਾਤਰੇ ਵਿਚਾਰ ਲੈਣੀ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਨਿਸ਼ਕਾਮਤਾ ਸਹਿਤ ਪਾਰ ਬ੍ਰਹਮ ਪਰਮੇਸ਼ਰ ਰੂਪ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਕੀਤੀ, ਉਹ ਆਪ ਵੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੀ ਹੋ ਨਿਬੜੇ। ਇਸ ਕਰਕੇ ਸੰਤ ਜੀ ਮਹਾਰਾਜ ਨੇ ਜਦੋਂ ਆਪਣੇ ਫਿਰ ਸਰੀਰ ਦਾ ਪਰਿਤਿਆਗ ਕਰਨਾ ਸੀ, ਉਸ ਤੋਂ ਪਹਿਲਾਂ ਆਪ ਜੀ ਨੇ
ਦੋ ਕਫਨੀਆਂ ਮੰਗਾਉਣੀਆਂ ਕੀਤੀਆਂ, ਕਿਉਂਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪ ਜੀ ਦਾ ਜੀਵਨ ਸਮਰਪਿਤ ਕਰਨਾ ਸੀ। ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਖਫਨੀ ਜਾਨੋ ਖਫਨ ਸਮਾਨਾ, ਗੁਰੂ ਗੋਰ ਕੇ ਬੀਚ ਸਮਾਨਾ। ਇਹ ਜਿਹੜੀ ਖਫਨੀ ਹੈ ਜੋ ਫਕੀਰ ਆਪਣੇ ਤਨ ਦੇ ਉੱਤੇ ਪਹਿਨਦੇ ਨੇ, ਇਹ ਖਫਨੀ ਨਹੀਂ ਬਲਕਿ ਖਫਨ ਹੈ। ਜਦੋਂ ਮੁਰਦੇ ਦੇ ਉੱਤੇ ਖਫਨ ਪਾਇਆ ਜਾਂਦਾ ਹੈ ਤੇ ਮੁਰਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ, ਬੋਲ ਨਹੀਂ ਸਕਦਾ, ਅੰਗ ਨਹੀਂ ਹਿਲਾ ਸਕਦਾ, ਕਿਉਂਕਿ ਉਹ ਤੇ ਮੁਰਦਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜਾ ਗੁਰੂ ਦੀ ਹੁਕਮ ਰੂਪੀ ਗੋਰ ਦੇ ਵਿੱਚ ਮੁਰਦਾ ਬਣ ਕੇ ਮਰੀਦ ਸਮਾ ਜਾਂਦਾ ਹੈ, ਉਹ ਫਿਰ ਆਪਣੀ ਮਰਜ਼ੀ ਨਹੀਂ ਕਰਦਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪਣਾ ਤਨ ਮਨ, ਆਪਣੇ ਮਨ ਦੀ ਸ਼ਕਤੀ, ਆਪਣੇ ਮਨ ਦੀਆਂ ਤਰੰਗਾਂ, ਆਪਣੇ ਮਨ ਦੀਆਂ ਖਿੰਝੋ ਤਾਣੀਆਂ ਜਿਹੜੀਆਂ ਨੇ, ਉਹ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ, ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਸੌਂਪ ਦਿੰਦਾ ਹੈ, ਕਦੇ ਵੀ ਆਪਣੀ ਮਰਜ਼ੀ ਨਹੀਂ ਕਰਦਾ। ਜਦੋਂ ਮਹਾਂਪੁਰਸ਼ਾਂ ਨੇ ਦੋ ਖਫਣੀਆਂ ਮੰਗਾਈਆਂ, ਉਸ ਵਕਤ ਇੱਕ ਖਫਣੀ ਮਹਾਰਾਜ ਜੀ ਨੇ ਆਪ ਪਾਈ। ਗੋਖੇ ਦੀ ਛੱਪੜੀ ਦੇ ਉੱਤੇ ਖੜ ਕੇ ਆਪ ਜੀ ਨੇ ਉਸ ਜਗ੍ਹਾ ਦੇ ਉੱਤੇ ਖੜ ਕੇ ਅਰਦਾਸ ਕਰਨੀ ਕੀਤੀ, ਹੈ ਗੁਰੂ ਕਲਗੀਧਰ ਪਾਤਸ਼ਾਹ, ਹੈ ਬਾਬਾ ਕਰਮ ਸਿੰਘ ਜੀ ਮਹਾਰਾਜ ਜੀਓ, ਇਹ ਤੁਹਾਡਾ ਜੋ ਸੇਵਕ ਈਸ਼ਰ ਸਿੰਘ ਹੈ, ਅੱਜ ਮੈਂ ਇਹਦੇ ਖਫਣੀ ਪਹਿਨਾਉਣ ਲੱਗਿਆ ਹਾਂ। ਤੇ ਖਫਣੀ ਪਹਿਨਾਉਣ ਤੋਂ ਪਹਿਲਾਂ ਸੰਤ ਮਹਾਰਾਜ ਜੀ ਨੂੰ ਪੁੱਛਣ ਲੱਗੇ, ਕਾਕਾ ਬਈ ਤੇਰੀ ਹੋਰ ਤੇ ਕੋਈ ਇੱਛਾ ਨਹੀਂ ਹੈ? ਕਹਿਣ ਲੱਗੇ, ਮਹਾਰਾਜ ਜੀ ਮੇਰੀ ਹੋਰ ਕੋਈ ਇੱਛਾ ਨਹੀਂ ਹੈ, ਮੇਰੀ ਤੇ ਕੇਵਲ ਇਹੋ ਇੱਛਾ ਹੈ ਕਿ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਬਣ ਆਵੇ, ਇਦੋਂ ਬਿਨਾ ਹੋਰ ਕੋਈ ਮਨ ਵਿੱਚ ਇੱਛਾ ਨਹੀਂ। ਜਦੋਂ ਆਪ ਜੀ ਨੇ ਆਪਣੀ ਨਿਸ਼ਕਾਮਤਾ ਜਣਾਈ, ਉਸ ਵਕਤ ਸੰਤ ਜੀ ਮਹਾਰਾਜ ਨੇ ਅਰਦਾਸ ਕਰਕੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੇ ਗਲ ਦੇ ਵਿੱਚ ਖਫਣੀ ਪਾ ਦਿੱਤੀ। ਈਸ਼ਰ ਸਿਆਮ, ਅੱਜ ਤੋਂ ਤੈਨੂੰ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸਪੁਰਦ ਕੀਤਾ, ਤੇਰਾ ਜੀਵਨ ਉਹਨਾਂ ਦੇ ਸਪੁਰਦ ਹੈ, ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ। ਹੁਣ ਤੂੰ ਜੋ ਵੀ ਕੰਮ ਕਰੇਗਾ ਕੇਵਲ ਤੇ ਕੇਵਲ ਸੰਸਾਰ ਦੇ ਭਲੇ ਵਾਸਤੇ, ਪਰਉਪਕਾਰ ਵਾਸਤੇ, ਦੁਖੀ ਜੀਵਾਂ ਨੂੰ ਸੁਖ ਦੇਣ ਦੇ ਵਾਸਤੇ, ਗਊ ਗਰੀਬ ਨੂੰ ਸੁਖ ਦੇਣ ਦੇ ਵਾਸਤੇ ਅੱਜ ਤੋਂ ਤੇਰਾ ਜੀਵਨ ਰਹੇਗਾ। ਸਤ ਬਚਨ ਕਹਿ ਕੇ ਸੀਸ ਝੁਕਾਇਆ, ਕਫਣੀ ਗਲ ਦੇ ਵਿੱਚ ਪਾ ਦਿੱਤੀ। ਤੇ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਮਹਾਰਾਜ ਜੀ ਥੋੜੇ ਦਿਨਾਂ ਬਾਅਦ ਹੀ ਆਪਣੇ ਸਰੀਰ ਦੇ ਪਰਿਤਿਆਗ ਦੀ ਤਿਆਰੀ ਕਰਦੇ ਨੇ। ਰਾਮਪੁਰ ਨਿਵਾਸੀਆਂ ਤੋਂ ਆਪ ਜੀ ਨੇ ਸਾਰਾ ਰਸਤਾ ਸਾਫ਼ ਕਰਵਾ ਲਿਆ, ਰਮਜਾਂ ਮਾਰੀਆਂ ਕਿ ਬਹੁਤ ਇੱਥੇ ਸੰਗਤ ਆਵੇਗੀ, ਭਾਈ ਬੜਾ ਇਕੱਠ ਹੋਵੇਗਾ, ਇਸ ਕਰਕੇ ਰਸਤੇ ਸਾਫ਼ ਕਰ ਦਿਓ। ਰਸਤੇ ਸਾਫ਼ ਕਰ ਦਿੱਤੇ ਗਏ। ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਕਈ ਵਾਰੀ ਪਲੰਘ ਤੇ ਬੈਠਿਆਂ ਸੰਤ ਮਹਾਰਾਜ ਜੀ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਬਚਨ ਆਪਣੇ ਪਾਵਨ ਪਵਿੱਤਰ ਮੁਖ ਤੋਂ ਸੁਣਾਇਆ ਕਰਦੇ ਸਨ। ਕਿਹਾ ਕਰਦੇ ਸਨ, ਜਦੋਂ ਉਹ ਸਮਾਂ ਆਇਆ ਸ਼ਾਮ ਦੇ ਸਮੇਂ, ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅਵਸਥਾ ਪੂਰੀ ਹੋ ਚੁੱਕੀ ਸੀ, ਆਯੂ ਪੂਰੀ ਹੋ ਚੁੱਕੀ ਸੀ, ਜਦੋਂ ਬ੍ਰਹਮ ਗਿਆਨੀ ਦੇ ਸਰੀਰ ਦੀ ਪ੍ਰਲਬਤ ਖੈ ਹੋ ਜਾਂਦੀ ਹੈ, ਉਸ ਵਕਤ ਤੋਂ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਪੂਰਨ ਤੌਰ ਤੇ ਸਮਾ ਜਾਂਦਾ ਹੈ, ਸਰੀਰ ਦਾ ਪਰਿਤਿਆਗ ਕਰਕੇ। ਕਿਉਂਕਿ ਜਿਤਨੀ ਦੇਰ ਸਰੀਰ ਰੂਪੀ ਘੜਾ ਹੈ, ਉਤਨੀ ਦੇਰ ਇਹਦੀ ਛੋਟੀ ਜੋਤ ਜਿਹੜੀ ਅੰਦਰਲੀ ਹੈ, ਉਹ ਮਹਾਜੋਤ ਵਿੱਚ ਸਮਾਉਂਦੀ ਨਹੀਂ। ਜਿਵੇਂ ਵੱਡਾ ਪਾਣੀ ਹੁੰਦਾ ਹੈ, ਵੱਡੇ ਪਾਣੀ ਵਿੱਚ ਇੱਕ ਘੜਾ ਪਿਆ ਹੋਵੇ, ਘੜੇ ਦਾ ਵਿਚਲਾ ਪਾਣੀ ਹੋਰ ਹੁੰਦਾ ਹੈ ਤੇ ਸਮੁੰਦਰ ਦਾ ਪਾਣੀ ਹੋਰ ਹੁੰਦਾ ਹੈ। ਜਿਤਨੀ ਦੇਰ ਘੜਾ ਟੁੱਟ ਨਹੀਂ ਜਾਂਦਾ, ਉਤਨੀ ਦੇਰ ਜਿਹੜਾ ਘੜੇ ਦਾ ਜਲ ਹੁੰਦਾ ਹੈ, ਉਹ ਸਮੁੰਦਰ ਵਾਲੇ ਜਲ ਦੇ ਵਿੱਚ ਲੀਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਖ ਭਾਵੇਂ ਸੰਸਾਰ ਦੇ ਵਿੱਚ ਪਰਉਪਕਾਰ ਵਾਸਤੇ ਸਰੀਰ ਰੂਪੀ ਘੜੇ ਨੂੰ ਰੱਖਦੇ ਨੇ, ਲੇਕਿਨ ਉਹਨਾਂ ਦੀ ਤੀਬਰ ਇੱਛਾ ਇਹ ਹੁੰਦੀ ਹੈ ਕਿ ਕਿਹੜਾ ਵੇਲਾ ਹੋਵੇ ਜਦੋਂ ਇਹ ਸਰੀਰ ਰੂਪੀ ਘੜਾ ਟੁੱਟ ਜਾਵੇ ਤੇ ਜਿਹੜੀ ਸਾਡੀ ਆਤਮਿਕ ਜੋਤ ਹੈ ਉਹ ਮਹਾਨ ਜੋਤ ਵਿੱਚ ਲੈ ਹੋ ਜਾਵੇ। ਇਸ ਕਰਕੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਸੋਚਿਆ ਕਿ ਇਹ ਸਰੀਰ ਰੂਪੀ ਘੜਾ ਹੁਣ ਭੰਨ ਕੇ ਪਾਰਬ੍ਰਹਮ ਪਰਮੇਸ਼ਰ ਰੂਪ ਜੋ ਮਹਾਜੋਤ ਹੈ ਉਸ ਦੇ ਵਿੱਚ ਅਸੀਂ ਹੁਣ ਸਮਾ ਜਾਣਾ ਹੈ। ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਦੇ ਵਿੱਚ ਸਮਾਉਣਾ ਹੈ। ਇਸ ਕਰਕੇ ਸੰਤ ਮਹਾਰਾਜ ਜੀ ਛੋਟੇ ਦੱਸਿਆ ਕਰਦੇ ਸਨ ਕਿ ਸ਼ਾਮ ਦਾ ਸਮਾਂ ਹੋਇਆ, ਆਪ ਜੀ ਨੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਕੀਤਾ। ਕਿਉਂਕਿ ਆਪ ਜੀ ਦੇ ਬਹੁਤ ਬਾਣੀ ਯਾਦ ਸੀ, ਬਚਨ ਕਰਿਆ ਕਰਦੇ ਸਨ ਕਿ ਪੈਸਾ ਗੰਠ ਤੇ ਬਾਣੀ ਕੰਠ। ਜਿਵੇਂ ਪੈਸਾ ਗੰਢ ਦੇ ਨਾਲ ਬੰਨਿਆ ਹੋਇਆ ਕੰਮ ਆਉਂਦਾ ਹੈ, ਇਸੇ ਤਰ੍ਹਾਂ ਦੇ ਨਾਲ ਜਿਹੜੀ ਕੰਠ ਬਾਣੀ ਹੈ, ਜਿੱਥੇ ਕਿਤੇ ਵੀ ਗੁਰਸਿੱਖ ਬੈਠਾ ਹੋਵੇ ਬੈਠ ਕੇ ਬਾਣੀ ਦਾ ਜਾਪ ਕਰ ਸਕਦਾ। ਗੁਟਕਾ ਲੈਣ ਦੀ ਲੋੜ ਨਹੀਂ, ਕਿਸੇ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ, ਭਾਵੇਂ ਬੱਸ ਵਿੱਚ ਸਫ਼ਰ ਕਰਦਾ ਹੈ, ਮਰਜੀ ਗੁਰਸਿੱਖ ਬਾਣੀ ਪੜ੍ਹ ਸਕਦਾ, ਬਾਣੀ ਦੇ ਨਾਲ ਜੁੜ ਸਕਦਾ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜਦੋਂ ਗੁਰਸਿੱਖਾਂ ਨੂੰ ਬਾਣੀ ਦੇ ਅਰਥ ਸ੍ਰੀ ਦਮਦਮਾ ਸਾਹਿਬ ਸੁਣਾਏ ਗੁਰੂ ਕੀ ਕਾਂਸ਼ੀ, ਉਸ ਵਕਤ ਵੀ ਆਪ ਜੀ ਨੇ ਬਚਨ ਕੀਤਾ ਸੀ, ਭਾਈ ਬਾਣੀ ਵੱਧ ਤੋਂ ਵੱਧ ਕੰਠ ਕਰਨੀ ਔਰ ਕੰਠ ਕਰਕੇ ਬਾਣੀ ਦੇ ਜਿਹੜੇ ਅਰਥ ਭਾਵ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰਨਾ। ਜਦੋਂ ਕੰਠ ਕੀਤੀ ਹੋਈ ਬਾਣੀ ਦੁਆਰਾ ਇਹ ਅਰਥਾਂ ਨੂੰ ਸਮਝਦਾ ਹੈ, ਆਪਣੇ ਆਪ ਹੀ ਜਿਹੜਾ ਇਹਦਾ ਮਨ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਆਸ਼ੇ ਦੇ ਨਾਲ ਜੁੜ ਜਾਂਦਾ ਹੈ। ਇਸ ਕਰਕੇ ਸੰਤ ਜੀ ਮਹਾਰਾਜ ਦੇ ਬਾਣੀ ਬੜੀ ਕੰਠ ਸੀ। ਸ਼ਾਮ ਦੇ ਸਮੇਂ ਆਪ ਜੀ ਨੇ ਰਹਿਰਾਸ ਸਾਹਿਬ ਤੋਂ ਲੈ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਤੇ ਸ੍ਰੀ ਜਪਜੀ ਸਾਹਿਬ ਦੇ ਜਾਪ ਕਰਦੇ ਹੋਏ ਆਪ ਜੀ ਬਾਣੀ ਦੇ ਵਿੱਚ ਲੀਨ ਹਨ। ਹੁਣ ਜਦੋਂ 1 ਵਜੇ ਦਾ ਸਮਾਂ ਹੋਇਆ, ਉਸ ਵਕਤ ਮਹਾਂਪੁਰਖਾਂ ਨੇ ਪੁੱਛਿਆ, ਭਾਈ ਕੀ ਟਾਈਮ ਹੋ ਗਿਆ? ਸੰਤ ਮਹਾਰਾਜ ਜੀ ਛੋਟੇ ਤੇ ਸੰਤ ਮਹਾਰਾਜ ਜੀ ਵੱਡੇ ਆਪ ਜੀ ਦੇ ਪਲੰਘੇ ਦੇ ਪਾਸ ਬੈਠੇ ਨੇ, ਆਪਣੇ ਪ੍ਰੀਤਮ ਦੇ ਪਾਸ ਬੈਠੇ ਨੇ। ਜਿਸ ਪਿਆਰੇ ਸਿਉ ਨੇਹੋ ਤਿਸ ਆਗਿਆ ਮਰ ਚਲੀਏ ਦੀ ਭਾਵੇਂ ਅਵਸਥਾ ਹੈ, ਲੇਕਿਨ ਫਿਰ ਵੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਸੀਂ ਦੋਵਾਂ ਨੇ ਤਾਂ ਜ਼ਿੰਦਗੀ ਇਕੱਠਿਆਂ ਰਹਿਣਾ ਹੈ, ਕਦੇ ਵੀ ਇੱਕ ਦੂਜੇ ਦੇ ਨਾਲੋਂ ਵਿਛੜਨਾ ਨਹੀਂ। ਸੰਤ ਛੋਟੇ ਮਹਾਰਾਜ ਜੀ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਨੂੰ ਕਿਹਾ ਕਿ ਈਸ਼ਰ ਸਿੰਘ ਤਾਂ ਮੇਰਾ ਭੋਲਾ ਸਾਧ ਹੈ, ਤੁਸੀਂ ਇਹਦਾ ਖਿਆਲ ਰੱਖਣਾ ਹਮੇਸ਼ਾ, ਤੁਸੀਂ ਤਾਂ ਜ਼ਿੰਦਗੀ ਨਿਭਾ ਦੇਣੀ ਹੈ ਇਹਨਾਂ ਦੇ ਨਾਲ, ਇਹਨਾਂ ਤੋਂ ਕਦੇ ਵੀ ਦੂਰ ਨਹੀਂ ਜਾਣਾ। ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਭਾਵੇਂ ਮਨ ਦੇ ਵਿੱਚ ਬੈਰਾਗ ਦਾ ਬੜਾ ਹੜ ਹੈ, ਕਿਉਂਕਿ ਜਿਸ ਦੇ ਨਾਲ ਸਰੀਰ ਦਾ ਔਰ ਆਤਮਾ ਦਾ ਮਨ ਦਾ ਪਿਆਰ ਹੁੰਦਾ ਹੈ, ਇਨਸਾਨ ਚਾਹੁੰਦਾ ਹੈ ਕਿ ਇਹ ਤੋਂ ਪਹਿਲਾਂ ਹੀ ਕਿਉਂ ਨਾ ਮੈਂ ਮਰ ਜਾਵਾਂ। ਇਸੇ ਕਰਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਭਾਵੇਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਤੋਹਾ ਜੁਗਤ ਸਾਇਸ ਹੈ ਕਾਇਆ ਫਿਰ ਪਲਟੀਐ, ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੂਪ ਸਨ, ਸਾਰੀਆਂ ਤਾਕਤਾਂ ਸਾਰੀਆਂ ਬਰਕਤਾਂ ਸਾਰੀਆਂ ਕਮਾਈਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਨਾਨਕ ਗੁਰ ਤੇ ਗੁਰ ਹੋਆ ਵੇਖੋ ਤਿਸ ਕੀ ਰਜਾਏ ਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਕ ਪੂਰਨ ਕਰਦੇ ਹੋਏ ਸਾਰੀਆਂ ਸ਼ਕਤੀਆਂ ਦਾ ਭੰਡਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੌਂਪ ਕੇ ਆਪਣਾ ਹੀ ਰੂਪ ਬਣਾ ਦਿੱਤਾ ਸੀ। ਪਰ ਫਿਰ ਵੀ ਮਨ ਦੇ ਵਿੱਚ ਇਤਨਾ ਪਿਆਰ ਸੀ, ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਪਿਆ, ਰਹਿ ਨਾ ਹੋਇਆ, ਉਸ ਵਕਤ ਫਿਰ ਕਹਿ ਦਿੱਤਾ ਕਿ ਜਿਸ ਪਿਆਰੇ ਸਿਉ ਨੇਹੋ ਤਿਸ ਆਗਿਆ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨਾ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਸ਼ਬਦ ਉਚਾਰਨ ਕੀਤਾ, ਆਪਣੇ ਪਿਆਰੇ ਨਾਲੋਂ ਪਹਿਲਾ ਮਰ ਜਾਣਾ ਚੰਗਾ, ਆਪਣੇ ਪਿਆਰੇ ਨਾਲੋਂ ਪਹਿਲਾ ਮਰ ਜਾਣਾ ਚੰਗਾ।
जिस प्यारे स्यो नेहो तिस आज्ञा मर चलिए त्रिग जीवन संसार तां कै पाछै जीवना। गुरु अंगद देव जी महाराज ने कहा कि अपने प्यारे नालों अपने प्रीतम दे नालों ते पहला ही मर जाना चंगा है। उन्हां तो बिना उन्हां दे विछोड़े विच जिउणा ते तरकार है। फिर जदों गुरु अमरदास महाराज जी का विछोड़ा श्री गुरु रामदास जी महाराज नूं पिया, उस वक्त आप जी कई दिनों तक अंदर ही बैठे रहे। मैं मन तन बिरहों अत अगला, क्यों प्रीतम मिलै घर आए। जां देखा प्रभ अपना प्रभ देखिया दुख जाए। हर हर नाम मैं हर मन भाया, बड़ भागी हर नाम ध्याया। गुरपुरै हर नाम सिद्ध पाई, को बिरला गुरमत चलै जियो। आप जी ने उच्चारण किया, हो रह ना सका बिन देखे प्रीतमा, मैं नीर बह चलै जियो। भावें जोत ओही सी, जुगत ओही सी, शक्तियां ओही सी, पर फिर भी प्यारे दे विछोड़े दे विच बिरहों दे आप जी डंग नूं ना सहंदियां होया मन दे विच इहो जे बलबले आप जी दे उठदे सी। और मन दे विचों इहो जिहियां तरंगां आप जी दे उठदियां सी कि अपने प्रीतम तो विछड़ के ते मर जाना ही चंगा है। इहो जी अवस्था ही दोवां महापुरखां दी बनी हुई सी। भावें नज़दीक बैठिया बैठिया लेकिन महापुरखां दे बचनां तो मजबूर होए अपने आप नूं जिंदा रख रहे सन। सो 1 वजे का समा होया, संत महाराज जी ने टाइम पुछया। संत महाराज जी कहंदे सी कोल ही बैठे सां। प्रेमिया ने कहा महाराज 1 वज गया। तो फिर बाणी पढ़नी आप जी ने शुरू कर दी। बेअंत बाणी पढ़ी, 1 घंटे तक बाणी दे नाल जुड़े रहे ते संगत नूं बाणी दे नाल जुड़न दा उपदेश करना कीता। कदे भी जिहड़ा पूर्ण महापुरख रब दा प्यारा होवेगा अपने नाल नहीं जोड़ेगा, वो ते शब्द दे नाल जोड़ेगा, क्योंकि खुद वो शब्द रूप ही हुंदा है जिहड़ा महापुरख रब दा प्यारा है। आत्म रस जे जानी सोए खालस देव। देव मैंने प्रकाश, देवते की हन प्रकाश रूप हन। जिवें भाई साहब भाई वीर सिंह जी अपनियां आत्मक उडारियां दे विच विचरदियां होयां एक थां ते जिक्र करते हैं, कहते कि जदों साडी सुरत समष्टि व्यष्टि अस्थूल कारण प्रपंच तो उच्ची उठती हुई अकैह देश विच पहुंची, सचखंड देश विच पहुंची, उत्थे दा की नज़ारा वेखदे हां आले दुआले दिव्य स्वरूप देवते फिर रहे हैं। किते किन्नर किते गंधर्व उन्हां दा वासा हो रहा है। सोचिया सुरत ने कि इन्हां नूं जरा छू के ते देख लीए किहो जिहा महसूस हुंदा है। लिखते हैं कि जदों सुरत द्वारा उन्हां देवतियां नूं छूहण दा यतन किया, हथ विच दी ही निकल गया, हथ कुछ आया नहीं। जिवें गुरु अर्जन देव जी महाराज भी इस अवस्था की बाबत कथन करते हैं कि सुपने उभी भई गहिओ की ना अंचला, सुंदर पुरख विराजित पेख मन बंचला, खोजत फिरों विदेश पियो कत पाई है, हर हां जे मस्तक होवे भाग तां दर्श समाई है। अज जदों सुपने दे विच सां उस वक्त पार ब्रह्म परमेश्वर अकाल पुरख सुपने विच आया। 1 तो 2 रूप हो गए। भाई साहब भाई वीर सिंह जी भी कथन करते हैं कि सुपने विच तुसी मिले असानू, असी धागल वकड़ी पाई, पर निरा नूर तुसी हथ ना आए, साडी कंबदी रही कलाई। वो पार ब्रह्म परमेश्वर अकाल पुरख जिहड़ा है वो जदों सुपने विच वेखिया 2 तो 2 रूप हो गए। पहला मैं सा अकला जो सुपना देख रहा सा, सुपने विच 2 रूप हो गए, एक मैं ते दूजा मेरा अकाल पुरख वाहिगुरु पार ब्रह्म परमेश्वर। सुपने उभी भई गहिओ की ना अंचला, बड़ा यतन किया उहदा अंचल फड़न दा, उहदा पल्ला पकड़न दा कि उहनूं पकड़ लवां, पर हथ विच कुछ ना आया। सुपने उभी भई गहिओ की ना अंचला, सुंदर पुरख विराजित पेख मन बंचला। वो सुंदर पुरख नूं देख के, उहदे सोहणे कटारियां वर्गे नेत्र वेख के, उहदा सोहना चेहरा स्वरूप वेख के मन बंचला, मन ठग्या गया उहदी सुंदरताई नूं वेख के, क्योंकि वह बड़ा खूबसूरत है, वो बड़ा प्यारा है। मन नूं मोहण वाला अत प्रीतम मन मोहना घट सोहना, प्राण आधारा राम, सुंदर शोभा लाल गोपाल दयाल की अपर अपारा राम, गोपाल दयाल गोबिंद लालन। पार ब्रह्म परमेश्वर अकाल पुरख जिहड़ा है वो बहुत ही प्यारा है, बड़ा ही सुंदर है। उन्होंने देख के मन जिहड़ा वो ठग्या गया। मेरा भी कथन कर दी है कि सोई होती थी मैं पलंग पर, सब ज्ञान ध्यान पिया संग लाए, पलक से जब पलक जुटी पल लागत ही पल मोह पिया आए, जब उठी उनके मिलबे को जाग परी पिया पास ना पाए, मेरा
और तो सोबत खोवै मैंने सखी पिया जाग गवाए। मीरा कहती है कि जदों मेरिया अखां दे नाल अखां पलकां लगियां उस वक्त पार ब्रह्म परमेश्वर अकाल पुरख मेरे सुपने विच आया, पर जदों उहनूं मिलण दे वास्ते मैं उठण लगी ते जाग आ गई। हे दुनिया दे लोगो, लोग तां सौं के पार ब्रह्म परमेश्वर नूं गवा लैंदे ने, मैं ते जदों उहनूं मिलण दे वास्ते उठी मैं उहनूं गवा लेना कीता। सुपने उभी भई गहिओ की ना अंचला, सुंदर पुरख विराजित पेख मन बंचला। भाई गुरदास जी भी कथन करते ने कि जदों असीं आगरे दे विच सां उस वक्त गुरु अर्जन देव जी महाराज सच्चे पातशाह जी का सुपने दे विच दीदार होया, सुपने दे विच दर्शन होया। सुपन चरित्र चित्र बानक बने विचित्र, पावन पवित्र मित्र आज मोरे आए हैं। सुपने दे विच पावन पवित्र मित्र आए ते जदों उन्हां नूं मिलण दे वास्ते उठण लगे, चातरिक शब्द सुन अखियां उगर गई। भई जल मीन गत बिरहों जगाए हैं। जदों देखिया ते हथ ते पास विच कुछ भी नहीं आया। उस वक्त मन दे विच विछोड़े दा दुख जाग पिया, विछोड़े दा सप डंग मारन लग्या ते पार ब्रह्म परमेश्वर रूप श्री गुरु अर्जन देव जी महाराज दे दर्शन करन दे वास्ते आप जी ब्यासा दरिया नूं बिना बेड़ी तो पार करते हुए सतगुरु महाराज के चरणों में पहुंचे सन। इस करके जदों आत्मक उडारियां दे विच कोई प्रभु दा प्यारा प्रभु दा स्मरण करने वाला उत्थे सचखंड अकैह देश दे विच पहुंचदा है, उत्थे दिव्य स्वरूप देवतियां दे दीदार हुंदे ने, दर्शन हुंदे ने। सो इस करके भाई साहब जी कथन करते हैं कि जदों असीं पार ब्रह्म परमेश्वर अकाल पुरख दे विच पहुंचे, साडी सुरत उत्थे पहुंची, असीं सोचिया कि इन्हां देवतियां नूं चलो छूह के वेख लईए। पर जदों उन्हां नूं छूह के वेखण लगे वो ते हड्ड चम मास नहीं सन, वो ते प्रकाश रूप सन। जदों हथ लाया करिए ते प्रकाश ही प्रकाश नजर आया करे, हथ विच दी निकल जा करे। इस करके जिहड़ा नाम जपण वाला पार ब्रह्म परमेश्वर अकाल पुरख दा प्यारा भगत है, दास अनन मेरो निज रूप, जिहड़ा उहदा रूप ही हो चुकिया, उहदे विच ही समा चुकिया है। राम कबीरा एक भय है, कोई ना सकिया पछाने दी अवस्था नूं जिहड़ा पा चुकिया है। वो पार ब्रह्म परमेश्वर दा प्यारा जिहड़ा है वो शब्द रूप हुंदा है, वो शरीर रूप नहीं हुंदा। जिवें संत महाराज जी जदों इंग्लैंड की धरती नूं गए ते आखिरी कुर्सी आप जी दी दिल्ली लगी, दबलान तो बाद आप जी दिल्ली गए। कुछ खास प्रेमी संत जी महाराज जी दे पावन पवित्र चरणों दे विच बैठ के बचन सुन रहे सन, क्योंकि संत जी महाराज ने कुछ इशारे करने पहला ही शुरू कर दिते सन कि इस बार असीं वापस नहीं आउणा मुड़ के। इत्थे दबलान भी जदों आप जी आए ते उस वक्त भी आप जी ने कुछ ऐसा बचन उच्चारण किया सी अपने मुख तो, इत्थे कट कट रैण बसेरा कूंजां ते उड़ चलियां, कट कट रैण बसेरा कूंजां ते उड़ चलियां।
कबीर नौवत अपनी दिन दस लिहो बजाए, नदी नाव संजोग ज्यों बहर ना मिलाए, फरीदा पंख परहुणी दुनी सुहावा बाग, नौबत बजी सुबह स्यों ਚੱਲਣ ਕਾ ਕਰ ਸਾਜ। ਇਹੋ ਜਿਹੇ ਬੈਰਾਗਮਈ ਬਚਨ ਆਪ ਜੀ ਇੱਥੇ ਉਚਾਰਨ ਕਰਦੇ ਰਹੇ। ਤੇ ਜਦੋਂ ਆਪ ਜੀ ਦਿੱਲੀ ਗਏ, ਸੰਗਤ ਨੂੰ ਦਰਸ਼ਨ ਬਖਸ਼ੇ, ਪ੍ਰੇਮੀਆਂ ਨੂੰ ਦੀਦਾਰ ਬਖਸ਼ਿਸ਼ ਕੀਤੇ, ਅਧਿਕਾਰੀ ਜਨਾਂ ਨੂੰ ਸਤ ਉਪਦੇਸ਼ ਕੀਤਾ, ਨਾਮ ਸਿਮਰਨ ਕਰਨ ਵਾਲਿਆਂ ਨੂੰ ਹੋਰ ਜੁਗਤੀਆਂ ਮਹਾਂਪੁਰਸ਼ਾਂ ਨੇ ਅੱਗੇ ਅਕਹਿ ਦੇਸ਼ ਤੱਕ ਪਹੁੰਚਾਉਣ ਦੀਆਂ ਦਸੀਆਂ। ਜਦੋਂ ਖਾਸ ਪ੍ਰੇਮੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਰਹੇ ਸਨ, ਉਸ ਵਕਤ ਉਹਨਾਂ ਨੂੰ ਪਤਾ ਤੇ ਲੱਗ ਗਿਆ ਸੀ ਕਿ ਸੰਤ ਜੀ ਮਹਾਰਾਜ ਨੇ ਹੁਣ ਵਾਪਸ ਨਹੀਂ ਆਉਣਾ। ਉਹਨਾਂ ਨੇ ਕੁਝ ਕੁ ਬੈਰਾਗ ਸੰਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤਾ। ਮਹਾਰਾਜ ਜੀ, ਕੁਝ ਐਸਾ ਪ੍ਰਤੀਤ ਹੁੰਦਾ ਹੈ ਆਪ ਜੀ ਦੇ ਬਚਨਾਂ ਤੋਂ ਕਿ ਜਿਵੇਂ ਆਪ ਜੀ ਸੱਚਖੰਡ ਜਾਣ ਦੀ ਤਿਆਰੀ ਵਿੱਚ ਹੋ। ਮਹਾਂਪੁਰਸ਼ ਕਹਿਣ ਲੱਗੇ, ਪਿਆਰਿਓ, ਸਾਰੀ ਜ਼ਿੰਦਗੀ ਤੁਹਾਨੂੰ ਇਹੋ ਹੀ ਉਪਦੇਸ਼ ਕਰਦੇ ਆਏ ਹਾਂ ਕਿ ਜਿਹੜੇ ਮਹਾਂਪੁਰਖ ਰੱਬ ਦੇ ਪਿਆਰੇ ਹੁੰਦੇ ਨੇ ਉਹ ਸਰੀਰ ਰੂਪ ਨਹੀਂ ਹੁੰਦੇ। ਜਿਵੇਂ ਇੱਕ ਕੋਈ ਬਾਦਸ਼ਾਹ ਆਪਣੀ ਇੱਕ ਪੋਸ਼ਾਕ ਨੂੰ ਤਿਆਗ ਕੇ ਦੂਜੀ ਪੋਸ਼ਾਕ ਪਹਿਨ ਕੇ ਦਰਬਾਰ ਦੇ ਵਿੱਚ ਆ ਸਜਦਾ ਹੈ, ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਰੀਰ ਰੂਪੀ ਪੋਸ਼ਾਕ ਤੇ ਬਦਲੀ। ਲੇਕਿਨ ਜੋ ਤੁਹਾ ਜੁਗਤ ਸਾਇ ਸੈ ਕਾ ਫਿਰ ਪਲਟੀਐ, ਦਾ ਜੋ ਮਹਾਬਾਕ ਅਨੁਸਾਰ ਹੈ, ਉਹ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਬਿਰਾਜਮਾਨ ਹੋਈ। ਕਿਉਂਕਿ ਜੋਤ ਤੋਂ ਅੱਗੇ ਜੋਤ ਜਗਦੀ ਹੈ, ਪਰ ਜੋਤ ਉਸ ਸਰੀਰ ਦੇ ਵਿੱਚ ਹੀ ਜਗਦੀ ਹੈ ਆ ਕੇ, ਜਿਹੜਾ ਸਰੀਰ ਉਸ ਦਾ ਅਧਿਕਾਰੀ ਹੁੰਦਾ ਹੈ ਜੋਤ ਦਾ। ਤਖਤ ਰਾਜਾ ਸੋਭ ਹੈ ਜੋ ਤਖਤਾ ਲਾਇਕ ਹੋਈ। ਜਿਹੜਾ ਰਾਜਾ ਤਖਤ ਤੇ ਬਹਿਣ ਦਾ ਲਾਇਕ ਹੁੰਦਾ ਹੈ, ਅਧਿਕਾਰੀ ਹੁੰਦਾ ਹੈ, ਉਸੇ ਨੂੰ ਹੀ ਤਖਤ ਉੱਤੇ ਬਿਠਾਇਆ ਜਾਂਦਾ ਹੈ। ਇਸ ਕਰਕੇ ਉਹ ਸ਼ਬਦ ਸੀ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਆਪਣਾ ਸ਼ਬਦ ਸੀ, ਜੋ ਆਪਣੀ ਆਤਮਾ ਸੀ, ਜੋ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸੰਤ ਮਹਾਰਾਜ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ ਦੇ ਵਿੱਚ ਰੱਖੀ। ਤੇ ਆਪ 2 ਵਜੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹੋਏ ਸੰਗਤਾਂ ਨੂੰ ਫਤਿਹ ਬੁਲਾ ਕੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬ੍ਰਹਮ ਰੁੰਦਰ ਨੂੰ ਫੋੜ ਕਰਕੇ ਆਪ ਜੀ ਉਸ ਦੇ ਵਿੱਚ ਸਮਾ ਗਏ। ਜਿਸ ਦੇ ਪਾਸੋਂ ਆਪ ਜੀ ਦਾ ਜ਼ਹੂਰ ਹੋਇਆ ਸੀ, ਉਸ ਦੇ ਵਿੱਚ ਹੀ ਆਪ ਜੀ ਅੱਜ ਸਮਾ ਜਾਂਦੇ ਨੇ। ਜਿਵੇਂ ਸੂਰਜ ਦੀਆਂ ਕਿਰਨਾਂ ਸੰਸਾਰ ਨੂੰ ਡਿੱਗ ਦੇਣ ਦੇ ਵਾਸਤੇ, ਫਲਾਂ ਨੂੰ ਵਿਟਾਮਿਨ ਡੀ ਦੇਣ ਦੇ ਵਾਸਤੇ ਸੰਸਾਰ ਦੇ ਵਿੱਚ ਆਉਂਦੀਆਂ ਨੇ ਸ਼ਾਮਾਂ ਦੇ ਸਮੇਂ, ਫਿਰ ਆਪਣੇ ਕੇਂਦਰ ਦੇ ਵਿੱਚ ਹੀ ਜਾ ਸਮਾਉਂਦੀਆਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜਿਵੇਂ ਸਾਰਾ ਜਲ ਦੇ ਵਿੱਚੋਂ ਭਾਫ ਉੱਠਦੀ ਹੈ, ਭਾਫ ਬੱਦਲ ਰੂਪ ਬਣਦੀ ਹੈ, ਬੱਦਲ ਰੂਪ ਬਣ ਕੇ ਉਹਦੇ ਵਿੱਚੋਂ ਪਾਣੀ ਵਰਸਦਾ, ਬੂੰਦਾਂ ਵਰਸਦੀਆਂ ਨੇ, ਮੀਂਹ ਪੈਂਦਾ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ, ਉੱਥੋਂ ਪਾਣੀ ਉਤਰ ਕੇ ਹੌਲੀ ਹੌਲੀ ਨਾਲਿਆਂ ਦਾ ਰੂਪ ਧਾਰਨ ਕਰਦਾ, ਫਿਰ ਸੂਏ, ਫਿਰ ਨਹਿਰਾਂ, ਫਿਰ ਨਦੀਆਂ, ਅੰਤ ਨੂੰ ਸਾਰੀਆਂ ਦੀਆਂ ਸਾਰੀਆਂ ਨਦੀਆਂ ਜਿਵੇਂ ਆਪਣੇ ਕੇਂਦਰ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਜਿੱਥੋਂ ਆਉਂਦੇ ਨੇ ਸੂਰਜ ਦੀਆਂ ਕਿਰਨਾਂ ਵਾਂਗੂ ਤੇ ਸਾਰੇ ਪਾਣੀ ਵਾਂਗੂ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति जोत रली संपूर्ण थिया राम। ब्रह्म दिसै ब्रह्म सुनिए एक एक बखाणिए, आत्म पसारा करनहारा प्रभ बिना नहीं जानिए। हर जगह ते आत्मा का ही पसारा है, प्रभु तो बिना होर कोई करने वाला नहीं। शरीरां नूं ओह करने वाला है, शरीरां नूं मिटा के अपनी जोत जिहड़ी अपने विच अभेद कर लैंदा है। ओह जब उद करख करा करतारा प्रजा धरत तब देह अपारा। जदों उहदी इच्छा हुंदी है उदों सारी प्रजा नूं बना दिंदा है, संसार बना दिंदा है। एक अहंग बहुत श्यामा, जदों उहदा फुरना हुंदा है कि एक तो बहु रूप हो जावां, उस वक्त संसार नूं रच लैंदा है, सृष्टि नूं रच लैंदा है, संसार दा तमाशा बना लैंदा है। ऐसो यह संसार पेखना पेखना मैंने तमाशा रहन ना को पई है रे। ये तमाशा संसार दा रहना इत्थे किसी ने नहीं। बाजीगरी संसार चेत ढाल पासा। ये बाजीगरी जिहड़ा संसार है, बाजीगर दे तमाशे वांगू जिहड़ा संसार है, वो पार ब्रह्म परमेश्वर अकाल पुरख रूप बाजीगर ने सारे संसार नूं एक ना एक ने अपने आपे दे विच समेट लेना है। जब उद करख करा करतारा प्रजा धरत तब देह अपारा। जब आकर्ख आकर्ख मैंने खिंचना, जब आकर्ख करत हो कबहूं तुम मैं मृत देह धर सबूं। जदों फुरना संसार नूं खिंचण दा करदा अपने वल, तदों फिर महापरलों आ जाती है। सारा संसार पार ब्रह्म परमेश्वर अकाल पुरख दे विच समा जाता है। धरती उत्ते पानी ही पानी हो जाता है, अरबद नरबद धुंधूकारा हो जाता है। इस करके वो पार ब्रह्म परमेश्वर अकाल पुरख जिहड़ा है
ब्रह्म दिसै ब्रह्म सुनियै एक एक बखाणियै आत्म पसारा करनहारा प्रभ बिना नहीं जानिए। प्रभ आप करता, प्रभु आप ही सृष्टि नूं करन वाला साजन वाला है। आप भुगता, आप पदार्थ रूप होके भुगता रूप होके इस संसार नूं भोग रहा है। आप करता, आप भुगता, आप कारण किया, आप ही सारी सृष्टि नूं चलाउण दा कारण उन्हें बनाया होया है। किवें किस तों की कराउणा है, जिवें बाजे दीआं सुरां बजाइयां होईयां बजदियां ने, तिवें ही संसार दा जिहड़ा तमाशा है पार ब्रह्म परमेश्वर दा चलाया होया चलदा है। इस करके वो पार ब्रह्म परमेश्वर अकाल पुरख जिहड़ा आप करता, आप भुगता, आप कारण किया, बिनवंत नानक सेई जाणै। ਉਹਦੇ ਜਿਹੜੇ ਕਾਰਨਾਮੇ ਨੇ, ਉਹਦੀ ਜਿਹੜੀ ਕਰਨੀ ਹੈ, ਉਹਨੂੰ ਉਹੀ ਜਾਣ ਸਕਦਾ ਹੈ ਜਿਨੇ ਉਸਦੇ ਨਾਮ ਦਾ ਰਸ ਪੀਤਾ ਹੋਇਆ ਹੈ। ਬੈਖੜੀ ਮਧਮਾ ਬਸੰਤੀ ਪਰਾ ਬਾਣੀ ਦੁਆਰਾ ਜਿਹੜਾ ਸਵਾਸ ਸਵਾਸ ਸਿਮਰਨ ਕਰਦਾ ਹੋਇਆ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੂੰ ਇੱਕ ਰਸ ਹਰ ਥਾਂ ਤੇ ਵਿਆਪਕ ਦੇਖਦਾ ਹੈ। ਉਹਨੇ ਇਸ ਪਾਰ ਬ੍ਰਹਮ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਦੇਖਦੇ ਹੋਏ ਉਹਨੂੰ ਸਾਰੀ ਸ੍ਰਿਸ਼ਟੀ ਨੂੰ ਹੀ ਉਸ ਦਾ ਰੂਪ ਹੀ ਜਾਣ ਲੈਣਾ ਕੀਤਾ ਹੈ। ਇਸ ਕਰਕੇ ਮਹਾਂਪੁਰਖ ਰੱਬ ਦੇ ਪਿਆਰੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਿੱਚ ਅਭੇਦ ਹੋਏ ਤੇ ਸੰਤ ਜੀ ਮਹਾਰਾਜ ਦੇ ਵਿੱਚ ਆਪਣੀ ਜੋਤ ਰੱਖ ਗਏ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੇ ਵਿੱਚ ਆਪਣੀ ਜੋਤ ਰੱਖ ਕੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਿੱਚ ਭੇਦ ਹੋਏ। ਜਿਸ ਨੇ ਨਿਸ਼ਕਾਮਤਾ ਦੇ ਸਹਿਤ ਹੋ ਕੇ ਸੇਵਾ ਕੀਤੀ, ਸੰਤ ਜੀ ਮਹਾਰਾਜ ਵੱਡਿਆਂ ਨੇ ਤੇ ਛੋਟਿਆਂ ਨੇ, ਪ੍ਰਣਵੈ ਨਾਮਾ ਭੈ ਨਿਹਕਾਮਾ ਕੋ ਠਾਕੁਰ ਕੋ ਦਾਸਾ ਰੇ, ਉਹ ਨਿਸ਼ਕਾਮ ਹੋ ਗਏ, ਡਿਜ਼ਾਇਰਲੈਸ ਹੋ ਗਏ। ਜਦੋਂ ਸੇਵਾ ਕੀਤੀ ਤੇ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੀ ਹੋ ਨਿਬੜੇ। ਜਿਵੇਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਸੰਤ ਮਹਾਰਾਜ ਜੀ ਦਾ ਨਾਮ ਈਸ਼ਰ ਰੱਖਿਆ ਸੀ ਤੇ ਕਿਸ਼ਨ ਸਿੰਘ ਸੰਤ ਜੀ ਮਹਾਰਾਜ ਛੋਟਿਆਂ ਦਾ ਨਾਮ ਈਸ਼ਰ ਪਾਰ ਬ੍ਰਹਮ ਪਰਮੇਸ਼ਰ ਕਿਸ਼ਨ ਕੀ ਸਨ। ਕਿਸੇ ਨੂੰ ਸਮਝ ਹੀ ਨਹੀਂ ਆਈ ਕਿ ਉਹ ਕੀ ਸਨ, ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਰੂਪ ਸਨ। ਇਸ ਕਰਕੇ ਕਿਸੇ ਨੂੰ ਸਮਝ ਹੀ ਨਹੀਂ ਆਉਣ ਦਿੱਤੀ। ਹਾਸ ਰਸ ਦੇ ਬਚਨ ਕਰਦੇ, ਅਟੁੱਟ ਭੰਡਾਰੇ ਚੱਲ ਪਏ। ਭੰਡਾਰਿਆਂ ਦੇ ਵਿੱਚ ਕਦੇ ਤੋਟ ਨਾ ਆਈ। ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀਐ। ਇੱਕ ਵਾਰੀ ਦਾ ਜ਼ਿਕਰ ਕਿ ਸੰਤ ਜੀ ਮਹਾਰਾਜ ਜਦੋਂ ਪਹਿਲੇ ਪਹਿਲ ਢੱਕੀ ਵਿੱਚ ਆਏ, ਕਿਉਂਕਿ ਵੱਡੇ ਸੰਤ ਜੀ ਮਹਾਰਾਜ ਦੀ ਜਿਹੜੀ ਪ੍ਰਵਿਰਤੀ ਸੀ ਉਹ ਤੇ ਕੀਰਤਨ ਵੱਲ ਤੇ ਬਾਣੀ ਵੱਲ ਸੀ, ਤੇ ਛੋਟੇ ਸੰਤ ਜੀ ਮਹਾਰਾਜ ਕਮਰ ਕਸਾ ਕਰਕੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਜਦੋਂ ਪਹਿਲੇ ਪਹਿਲ ਅਜੇ ਬਹੁਤ ਪਸਾਰਾ ਨਹੀਂ ਸੀ ਹੋਇਆ, ਕੁਝ ਝੌਂਪੜੀਆਂ ਬਾਹਰ ਪਈਆਂ ਹੋਈਆਂ ਸੀ, ਉਸ ਵਕਤ ਵੀ ਸੰਤ ਜੀ ਮਹਾਰਾਜ ਨੇ ਲੰਗਰ ਦੀ ਪ੍ਰਪਾਰਟੀ ਸ਼ੁਰੂ ਕੀਤੀ। ਕਿਸੇ ਇੱਕ ਪਿੰਡ ਤੋਂ ਦੂਸਰੇ ਪਿੰਡ ਨੂੰ, ਜੀਰਖ ਪਿੰਡ ਤੋਂ ਘਲੋਟੀ ਪਿੰਡ ਨੂੰ ਜਾ ਰਹੀ ਸੀ ਮਕਾਨ। ਮਕਾਨ ਦੇ ਵਿੱਚ ਬਹੁਤ ਸਾਰੇ ਬੰਦੇ ਤੇ ਬਹੁਤ ਸਾਰੀਆਂ ਜਨਾਨੀਆਂ ਸਨ। ਉਹਨਾਂ ਨੇ ਕਿਸੇ ਨੇ ਜ਼ਿਕਰ ਕੀਤਾ ਵਿੱਚੋਂ ਹੀ ਕਿ ਇੱਥੇ ਵੀ ਸੰਤਾਂ ਦਾ ਲੰਗਰ ਚੱਲਦਾ ਹੈ, ਚਲੋ ਰਸਤੇ ਵਿੱਚ ਨਾਲੇ ਤੇ 2 ਘੜੀ ਆਰਾਮ ਕਰ ਲਵਾਂਗੇ ਤੇ ਨਾਲੇ ਮਹਾਂਪੁਰਸ਼ਾਂ ਤੋਂ ਪ੍ਰਸ਼ਾਦ ਲੈ ਲਵਾਂਗੇ ਤੇ ਲੰਗਰ ਛਕ ਲਵਾਂਗੇ। ਬਾਬਾ ਨਰਾਇਣ ਸਿੰਘ ਜੀ ਜੋ ਪਹਿਲੇ ਸ਼੍ਰੀਮਾਨ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਤੋਂ ਪਹਿਲਾਂ ਜੋ ਸਨ ਸ਼੍ਰੀਮਾਨ ਕਣਕਸਾ ਪਿੰਡ ਦੇ ਬਾਬਾ ਨਰਾਇਣ ਸਿੰਘ ਜੀ, ਉਹਨਾਂ ਨੂੰ ਲੰਗਰ ਦਾ ਇੰਚਾਰਜ ਸੰਭਾਲਿਆ ਗਿਆ। ਭਾਵੇਂ ਕਿ ਸੰਤ ਜੀ ਮਹਾਰਾਜ ਛੋਟੇ ਸਾਰੇ ਨਿਗਰਾਨੀ ਰੱਖਦੇ ਸੀ, ਪਰ ਉਹਨਾਂ ਨੂੰ ਸੇਵਾ ਲੰਗਰ ਦੀ ਦਿੱਤੀ ਗਈ ਕਿ ਰਾਤ ਬਰਾਤੇ ਜੋ ਵੀ ਕੋਈ ਭੁੱਖਾ ਆਵੇ ਉਹਨੂੰ ਲੰਗਰ ਛਕਾਉਣਾ ਹੈ। ਮਹਾਨ ਪੁੰਨ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਪੁਰਖੈਤ, ਅਸਬ ਮੇਦ ਜਗ ਫਲ ਸਿੱਖ ਕੋ ਜੀਵਾਏ ਕਾ। ਭੁੱਖੇ ਪਿਆਸੇ ਸਿੱਖ ਨੂੰ ਜੇਕਰ ਪਾਣੀ ਕੋਈ ਪਿਲਾ ਦੇਵੇ, ਉਹਦਾ ਪੁੰਨ ਇਤਨਾ ਕਿ ਜਿਵੇਂ ਕਿਸੇ ਨੇ ਕੁਰਸ਼ੇਤਰ ਦੀ ਧਰਤੀ ਦੇ ਉੱਤੇ ਜਾ ਕੇ ਅਸਬ ਮੇਦ ਜਗ ਕਰ ਦਿੱਤਾ ਹੋਵੇ। ਇਸ ਕਰਕੇ ਇਹ ਪੁੰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਹਾਂਪੁਰਸ਼ਾਂ ਨੇ ਲੰਗਰ ਦੀ ਪ੍ਰਪਾਰਟੀ ਚਲਾਈ। ਮਕਾਨ ਆ ਕੇ ਬੈਠ ਗਈ। ਲੰਗਰ ਉਸ ਦਿਨ ਮਸਤਾਨੇ ਸਨ। ਕੇਵਲ ਤੇ ਕੇਵਲ ਬਾਟੇ ਵਿੱਚ ਅੱਧਾ ਬਾਟਾ ਪ੍ਰਸ਼ਾਦ ਦਾ ਬਚਿਆ ਹੋਇਆ ਸੀ, ਬਾਕੀ ਸਾਰਾ ਲੰਗਰ ਜਿਹੜਾ ਸੀ ਉਹ ਅਜੇ ਮਸਤਾਨਾ ਹੋਇਆ ਸੀ, ਲੰਗਰ ਤਿਆਰ ਨਹੀਂ ਸੀ ਹੋਇਆ। ਸੰਤ ਮਹਾਰਾਜ ਜੀ ਅੰਦਰ ਝੌਂਪੜੀ ਵਿੱਚ ਬਿਰਾਜਮਾਨ ਸਨ, ਛੋਟੇ ਤੇ ਵੱਡੇ, ਤੇ ਬਾਬਾ ਨਰਾਇਣ ਸਿੰਘ ਸੀ ਜਿਹੜੇ ਉਹ ਲੰਗਰ ਦੇ ਵਿੱਚ ਬੈਠੇ ਸਨ। ਗਿਆਨੀ ਬਲਵੰਤ ਸਿੰਘ ਜੀ ਜੋ ਇਸ ਵਕਤ ਕਥਾ ਕਰਦੇ ਲਾੜਾ ਸਾਹਿਬ, ਉਹਨਾਂ ਨੇ ਇਹ ਬਚਨ ਆਪਣੇ ਮੁਖ ਤੋਂ ਸੁਣਾਇਆ ਕਿ ਜਦੋਂ ਸੰਤ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬਾਬੇ ਨਰਾਇਣ ਸਿੰਘ ਨੇ ਬੇਨਤੀ ਕੀਤੀ ਸ਼੍ਰੀਮਾਨ ਜੀ ਨੇ ਕਿ ਸੰਤ ਮਹਾਰਾਜ ਜੀ ਉਹ ਸੰਗਤ ਕਾਫੀ ਆ ਗਈ ਹੈ ਲੇਕਿਨ ਪ੍ਰਸ਼ਾਦ ਥੋੜਾ ਹੈ, ਆਪ ਜੀ ਦਾ ਕੀ ਹੁਕਮ ਹੈ। ਸੰਤ ਮਹਾਰਾਜ ਜੀ ਨੇ ਆਪਣਾ ਜਿਹੜਾ ਕਮਰ ਕਸਾ ਲੱਕ ਨੂੰ ਲਪੇਟਿਆ ਹੋਇਆ ਸੀ ਉਹ ਖੋਲ ਕੇ ਦੇ ਦਿੱਤਾ। ਨਰਾਇਣ ਸਿਆ ਆ ਕਮਰ ਕਸਾ ਭਾਈ ਬਾਟੇ ਦੇ ਉੱਤੇ ਪਾ ਲਵੀਂ, ਇਹਦੇ ਨਾਲ ਪ੍ਰਸ਼ਾਦ ਵਾਲਾ ਬਾਟਾ ਢੱਕ ਲਵੀਂ, ਵਿੱਚ ਨਾ ਦੇਖੀ ਕੁਝ ਵੀ, ਸ਼ੰਕਾ ਨਾ ਕਰੀ ਮਨ ਵਿੱਚ
क्योंकि महाराज जी का हुक्म है कि शंका मनो मिटाए क्या गुरसिखां दी सेव करन दा। जिथे शंका आ जाए उत्थे शरधा नहीं रहिंदी, ते जिथे शरधा होवे उत्थे शंकियां दा चकनाचूर हो जाता है। इस करके महाराज जी ने बचन किया, नरैण सिंह शंका ना करी किसी गल दी, मन विच कोई विचार ना करी, कुछ सोची ना, गफ्फे भर भर के दई जाई। गुरु नानक देव जी महाराज का यह सच्चा सौदा है, ये वो लंगर है जिस दे विच कदे कोई टोट नहीं आई। इस करके पंचम पातशाह महाराज जी ने बचन किया सी कि खावो खार चो रल मिल पाई, खावो खार चो रल मिल पाई। खावो खर्चो रल मिल भाई, टोट ना आवे बल दो जाई। पियो दादे का खोल डिठा खजाना, ता मेरा मन भया नदाना। जदों संत जी महाराज ने बचन किते, कमर कसा खोल के संत महाराज जी ने बाटे दे उपर पा दिता है। बचन करदिया होया श्रीमान नरैण सिंह जी ने तोर दिता कि यह सच्चा सौदा है, मुकण वाला नहीं। गया बाबा नरैण सिंह, पंगतां लग गईयां, चाह दा लंगर नाल दी नाल तैयार सी, चाह बरताई गई ते बाबे नरैण सिंह ने खुला गफ्फा प्रशाद दा बरताया। जदों बाबे नरैण सिंह ने आके टेबल दे उत्ते मेज दे उत्ते वो बाटा रखिया, जितना प्रशाद पहला सी उतने दा उतना प्रशाद बाटे दे विच फिर हाजर नाजर पिया है। इस करके धन कमाइयां महापुरुषां दियां, रब दे प्यारियां दियां, जिन्हां ने नाम जपिया, निष्कामता सहित सेवा कीती, पार ब्रह्म परमेश्वर अकाल पुरख नूं अंग संग जाणिया, पापां तो अपने आप नूं दूर रखदियां होया सदा ही नाम सिमरन दे विच लीन रहे। 100 पाठ श्री जपजी साहब दा कीता, जां 25 पाठ श्री सुखमनी साहब जी दे कीते। नहर दे किनारे बैठ के बेअंत तपस्या करनी कीती साडे पापियां दे भले वास्ते। सुलेमान वर्गे प्रेतां नूं तारना सी, अनेकां जीवां दा थां थां दे उत्ते फिर के उधार करना सी। भावें कि उन्हां नूं करना धरना कुछ बाकी नहीं हुंदा, कारक महापुरख जिहड़े रब दे प्यारे हुंदे ने उन्हां दा करना धरना कुछ बाकी नहीं हुंदा, लेकिन सानू सिक्ख्या देण दे वास्ते, सानू उपदेश देण दे वास्ते महापुरखां ने इतनी भारी तपस्या करनी कीती कि उन्हां दे जीवन दे हर पल तो मनुख मात्र प्राणी मात्र उपदेश लै करके अपने समय नूं सफल बनांदा है ते नाल दी नाल अपने जीवन नूं सफल बना करके मुक्ति दा, मुक्त पदार्थ दा अधिकारी बन जाता है। आओ इस करके ऐसे महापुरखां दी पावन पवित्र याद दे विच आपां जुड़े हाँ। जितनी समत गुरु महाराज ने बख्शिश की उस दे अनुसार विचारां कीतियां ने। सो सतगुरु महाराज कृपा करन, मेहर बख्शिश दया करन। समूह संगत दा, समूह गुरमुखां दा प्यार इसे तरह दे नाल ही बनिया रहे। सतगुरु महाराज जी के चरणों के नाल जुड़ के, बाणी के नाल जुड़ के, महापुरखां दे पाए हुए पूरनियां दे उत्ते चल करके सारे प्रेमी आपां अपने जीवन नूं सफल बना लईए। इस करके सतगुरु महाराज सच्चे पातशाह के चरणों विच इहो ही अरदास बेनती करते हाँ कि गुरु के चरणों के नाल जीवन जिहड़ा है जो लग्या है ये इसे तरह के नाल गुरु के चरणों के नाल लग्या रहे, गुरचरणों के नाल बण आवे, गुरु के चरणों विच निभ जावे, नाम की दात झोली पवे और सतगुरु महाराज सच्चे पातशाह समूह दरां घरां दे विच सुख शांति प्यार उत्पाक बनाई रखण, बच्चों नूं गुरसिੱਖੀ जीवन प्राप्त होवे। इहो ही सतगुरु महाराज के चरणों विच अरदास बेनती करते हुए सो आओ हुण आनंद साहब का जाप करते हैं।
ਉਪਰੰਤ ਸਾਰੇ ਪ੍ਰੇਮੀ ਗੁਰੂ ਸਤੋਤਰ ਵਿੱਚ ਬੋਲਾਂਗੇ। ਸਮੂਹ ਸੰਗਤ ਦਾ, ਸਮੂਹ ਗੁਰਮੁਖ ਪਿਆਰਿਆਂ ਦਾ, ਭਾਈ ਹਰਪ੍ਰੀਤ ਸਿੰਘ ਜੀ, ਭਾਈ ਲਵਲੀ ਜੀ, ਹੋਰ ਮੇਰੇ ਗੁਰਮੁਖ ਪਿਆਰੇ ਵੀਰ ਭੈਣ ਭਰਾ ਸਮੂਹ ਨੇ ਜਿਨ੍ਹਾਂ ਨੇ ਬੜਾ ਪਿਆਰ ਦਿਖਾਇਆ, ਸਭ ਦਾ ਧੰਨਵਾਦ। ਗੁਰਮੁਖ ਪਿਆਰੇ ਸ਼੍ਰੀਮਾਨ ਸਰਦਾਰ ਹਰਬੰਸ ਸਿੰਘ ਜੀ, ਜਿਨ੍ਹਾਂ ਨੂੰ ਭਗਤ ਜੀ ਦੇ ਨਾਮ ਕਰਕੇ ਆਪਾਂ ਜਾਣਦੇ ਹਾਂ, ਸਤਿਗੁਰੂ ਮਹਾਰਾਜ ਦੇ ਹਜ਼ੂਰ ਬੈਠ ਕੇ ਨਾਮ ਬਾਣੀ ਦੇ ਰਸ ਨੂੰ ਮਾਣਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਦੇ ਨਾਲ ਸਾਰੀ ਸੰਗਤ ਨੂੰ ਐਸੇ ਗੁਰਮੁਖਾਂ ਦਾ ਮੇਲ ਸਦਾ ਹੀ ਬਖਸ਼ਿਸ਼ ਕਰਦੇ ਰਹਿਣ। ਆਓ ਬੇਨਤੀ ਕਰਦੇ ਹੋਏ ਨਾਮ ਸਾਹਿਬ ਦਾ ਜਾਪ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ ਸਾਚਾ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠ ਕੋ ਮਾਰਿਆ। ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਰਮੀ ਆਪੋ ਆਪਣੀ, ਦੇ ਨੇੜੇ ਕੇ ਦੂਰ। ਜਿਨੇ ਨਾਮ ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ
ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਢੋਲ, ਵਾਹਿਗੁਰੂ ਬੋਲ ਕਦੇ ਨਾ ਢੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਵੇ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ, ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਢੋਲ, ਵਾਹਿਗੁਰੂ ਬੋਲ ਕਦੇ ਨਾ ਢੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਰੇ ਪ੍ਰੇਮੀ ਜੋ ਇਸ ਗੁਰਸਥਾਨ ਤੇ ਜੁੜੇ ਹੋਏ ਹੋ, ਸੰਤ ਬਾਬਾ ਹਰਜਿੰਦਰ ਸਿੰਘ ਜੀ ਦਵਲਾਨ ਵਾਲੇ ਇੱਥੋਂ ਦੀ ਸੇਵਾ ਸੰਭਾਲ ਕਰ ਰਹੇ ਨੇ। ਨਾਲ ਦੀ ਨਾਲ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਇੱਥੇ ਸੇਵਾ ਨਿਭਾ ਰਹੇ ਨੇ।
ਸਾਰੀ ਸੰਗਤ ਦਾ ਫਰਜ਼ ਬਣਦਾ ਹੈ ਕਿ ਸਹਿਯੋਗ ਦੇ ਕੇ ਇਸੇ ਤਰ੍ਹਾਂ ਦੇ ਨਾਲ ਇਸ ਅਸਥਾਨ ਦੀ ਰੌਣਕ ਨੂੰ ਵਧਾਇਆ ਕਰੋ ਜੀ। ਪਿਆਰ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।